सतनाम श्री वाहेगुरु जी साहिब जियो। अब हम चली ठाकर पहार, जब हम शरण प्रभु की आई, राख प्रभु पावे मार। लोकन की चतुराई उपमा, ते बसंतर जार। कोई भला कहो पावे बुरा कहो, हम तन दियो हटार। कोई भला कहो कोई बुरा कहो, हम तन दियो हटार। दासां दी हाजरी प्रवान करो। फतेह अर्ज है। वाहिगुरु जी का खालसा वाहिगुरु जी की फतेह। निरंकार अकाल पुरख सच्चे पातशाह धन धन गुरु अर्जन देव महाराज जी रहमत करते ने। चल रही सेवा गुरु की संगत दे विच आओ, जो अगान निरंकार जी साडे उत्ते कृपा करके अमृत बाणी हर हर तेरी सुन सुन होवे ब्रह्मगत मेरी। जलन बूझी शीतल होए मनुआ, सतगुर का दर्शन पाए जियो। इस तरह निरंकार सच्चे पातशाह साडे ते कृपा करदे हन भाई। इसे कारण करके आपां हर रोज़ उस निरंकार सच्चे पातशाह दे चरणों दे विच अरदासां बेनतियां करदे हां। आओ जो गुरु महाराज अपने ते कृपा कर रहे ने उहदे नाल जुड़िए। गौड़ी महला पंजवा, करें दोह कर्म दिखावे होर, राम की दरगाह बाधा चोर। बहुत बार आप जी दे चरणों दे विच बेनती कीती है। निरंकार सच्चे पातशाह ने वो अंत बाणी संगतां नूं जिथे उपदेश दिया करदे सन, जो दीवान लग्या करदे सन, ਉਹਦੇ ਵਿੱਚੋਂ ਜਿਹੜਾ ਕੋਈ ਸਵਾਲ ਆਉਂਦਾ ਹੁੰਦਾ ਸੀ ਜਾਂ ਕਿਸੇ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਇਆ ਕਰਦੀ ਹੁੰਦੀ ਸੀ, ਕਿਉਂਕਿ ਨਿਰੰਕਾਰ ਜੀ ਇੰਨੇ ਦਿਆਲੂ ਸਨ, ਕਦੇ ਕ੍ਰੋਧ ਦੇ ਵਿੱਚ ਆਉਂਦੇ ਹੀ ਨਹੀਂ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਇਹ ਸਾਰੇ ਜਿਹੜੇ ਸ਼ੰਕੇ ਸਨ ਉਹਨਾਂ ਨੂੰ ਨਿਵਰਤ ਕਰਿਆ ਕਰਦੇ ਸਨ। ਸ਼ੰਕੇ ਨਿਵਰਤ ਕਰਦੇ ਕਰਦੇ ਨਿਰੰਕਾਰ ਦੀ ਬਾਣੀ जो अकाल पुरख सच्चे पातशाह ने धुरों लैके आंदी है, आद तो लैके आंदी है। इसे करके आप इस नूं आद श्री गुरु ग्रंथ साहिब जी आखदे हां। संसार नूं बनाउण तो पहला निरंकार ने ये बाणी इदू संसार दे उत्ते किसे न किसे रूप दे विच लै आंदी सी। इत्थे गुरु की संगत ने बेनती कीती, आण के सतगुरां नूं आखण लगे, भरमां दे विच पाउण वाले बहुत जीव ने सतगुर जी, पर अपने आप नूं बड़े उच्चे श्रेष्ठ तौर ते धर्मी अखवाउंदे ने, पर अंदर उन्हां दे बड़े 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 भयानक जिहड़े कि भैड़े तो भैड़े ख्याल चलदे रहिंदे ने। मूँह तो बड़ा मिठा बोलदे ने, पर अंदर उन्हां दे जहर वो गलाछदे ने। कहते ना मूँह में राम राम बगल में छुरी। ये हाल कहते इदू संसार के उत्ते बहुतियां दा देखिया। इस इन्हां नूं देखण दे कारण साडा परमात्मा दे उत्तों जिहड़ा स्नेह है, प्यार है, वो अधूरा होना शुरू हो जाता है। सतगुर सच्चे पातशाह जी कृपा करो साडे ते, सानू ज्ञान देवो भी किस रास्ते दे उत्ते असीं चलीए, किस कर्म दे नाल असीं जुड़ीए। ते सतगुर सच्चे पातशाह जी जिहड़े इस तरह के भेखी मनमुख लोग इदू संसार दे उत्ते कहाउंदे अपने आप नूं धर्मी हुंदे ने, पर वो धर्मियां दा लिबास पहन के अंदर वो राक्षस वाली बुद्धि रख के ही
ਸੰਸਾਰ ਦੇ ਉੱਤੇ ਲੋਕਾਂ ਨੂੰ ਭਰਮਾਂ ਦੇ ਵਿੱਚ ਪਾ ਪਾ ਕੇ ਆਪਣੇ ਨਾਲ ਜੋੜਦੇ ਨੇ, ਉਹਨਾਂ ਦੀ ਇੱਥੇ ਸਤਿਗੁਰੂ ਜੀ ਗੱਲ ਕਰਦੇ ਨੇ। ਕਹਿੰਦੇ ਨੇ ਕਰੇ ਦੁਖ ਕਰਮ ਦਿਖਾਵੇ ਹੋਰ। ਐਸੇ ਪੁਰਸ਼ ਬਹੁਤ ਨੇ ਭਾਈ ਸੰਸਾਰ ਦੇ ਉੱਤੇ ਜਿਹੜੇ ਕਿ ਖੋਟੇ ਕਰਮ ਕਰਦੇ ਨੇ, ਬੁਰੇ ਕਰਮ ਕਰਦੇ ਨੇ, ਪਰ ਲੋਕਾਂ ਨੂੰ ਪਾ ਕੇ ਕੱਪੜੇ ਧਰਮੀਆਂ ਵਾਲੇ ਉਹ ਇਸ ਤਰ੍ਹਾਂ ਮਹਿਸੂਸ ਕਰਾਉਂਦੇ ਨੇ ਕਿ ਅਸੀਂ ਬਹੁਤ ਉੱਚੇ ਸੁੱਚੇ ਧਰਮੀ ਹਾਂ। ਉਹ ਅੰਦਰੋਂ ਹੋਰ ਨੇ, ਬਾਹਰੋਂ ਹੋਰ ਨੇ। ਪਰ ਖਿਆਲ ਕਰਿਓ ਗੁਰੂ ਕੀ ਸੰਗਤ ਜੀ, ਰਾਮ ਕੀ ਦਰਗਾਹ ਬਾਧਾ ਚੋਰ। ਕਹਿੰਦੇ ਉਹ ਪ੍ਰਮਾਤਮਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਇਸ ਨੂੰ ਚੋਰ ਵਾਂਗੂ ਬੰਨ੍ਹ ਕੇ ਨਰਕਾਂ ਵੱਲੋਂ ਤੋਰਿਆ ਜਾਵੇਗਾ। ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਈਲ ਏਕ ਸਮਾਣਾ। ਵਾਹਿਗੁਰੂ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਰਾਮ ਹੈ, ਉਸ ਨੂੰ ਬੜੇ ਪ੍ਰੇਮ ਦੇ ਨਾਲ ਉਹ ਉਚਾਰਦੇ ਨੇ। ਤੇ ਨਾਲ ਇਹ ਵੀ ਕਹਿੰਦੇ ਨੇ ਕਿ ਉਹ ਜਲ ਥਲ ਮਹੀਲ ਤਿੰਨਾਂ ਭਵਨਾਂ ਦੇ ਵਿੱਚ ਇੱਕੋ ਰੂਪ ਦੇ ਵਿੱਚ ਸਮਾਇਆ ਹੋਇਆ ਹੈ। ਰਹਾਓ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ, ਜੰਪੁਰ ਬਾਦਾ ਚੋਟਾਂ ਖਾਵੇ। ਅੰਦਰ ਬੜੀ ਜ਼ਹਿਰ ਹੈ ਉਹਨਾਂ ਜੀਵਾਂ ਦੇ, ਸਤਿਗੁਰ ਸੱਚੇ ਪਾਤਸ਼ਾਹ ਜੀ, ਬੜੀ ਈਰਖਾ ਹੈ। ਔਰ ਉਹ ਜਾਤ ਪਾਤ ਦੇ ਵਿੱਚ ਵੀ ਬੜੇ ਫਸੇ ਹੋਏ ਨੇ ਵੀ ਫਲਾਨੀ ਜਾਤ ਦੇ ਬੰਦੇ ਨੂੰ ਅਸੀਂ ਗਿਆਨ ਨਹੀਂ ਦੇਣਾ ਕਿਉਂਕਿ ਇਹ ਨੀਵੀਂ ਜਾਤ ਦਾ ਹੈ। ਜਿਹੜੇ ਉੱਚੀ ਜਾਤ ਵਾਲੇ ਨੇ, ਜਿਨ੍ਹਾਂ ਨੂੰ ਉੱਚੀ ਜਾਤ ਦਾ ਅਭਿਮਾਨ ਹੈ, ਚਾਰ ਛਿਲੜ ਵੀ ਜੇਬ ਦੇ ਵਿੱਚ, ਉਹਨਾਂ ਨੂੰ ਬੜਾ ਕਰੀਬ ਬਹਾਉਂਦੇ ਨੇ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਇਹਨਾਂ ਨੂੰ ਦੇਖਦੇ ਹਾਂ, ਕਿਉਂਕਿ ਅਸੀਂ ਨੀਵੀਂ ਜਾਤ ਵਾਲੇ ਵੀ ਤੁਹਾਡੇ ਕੋਲ ਆਉਂਦੇ ਹਾਂ, ਇਹੀ ਇੱਕ ਦਰ ਹੈ ਭਾਈ ਜਿੱਦੂ ਦਰ ਦੇ ਉੱਤੇ ਮਾਨਸ ਕੀ ਜਾਤ ਸਭੇ ਇੱਕੋ ਹੀ ਪਹਿਚਾਨਣ ਵਾਲੀ ਰੀਤੀ ਚੱਲਦੀ ਹੈ। ਇੱਥੇ ਸੰਗਤ ਪੰਗਤ ਦੇ ਵਿੱਚ ਸਾਰਿਆਂ ਨੂੰ ਇੱਕੋ ਹੀ ਰੂਪ ਦੇ ਵਿੱਚ ਬਹਾਲਿਆ ਜਾਂਦਾ ਹੈ। ਇੱਥੇ ਇਹ ਨਹੀਂ ਹੁੰਦਾ ਕੋਈ ਮਾਇਆ ਧਾਰੀ ਆ ਜਾਵੇ ਉਹਨੂੰ ਲਾਗੇ ਕੀਤਾ ਜਾਵੇ ਤੇ ਜਿਹੜਾ ਗਰੀਬ ਗੁਰਦਾ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ। ਹੋ ਸਕਦਾ ਕਿ ਕੋਈ ਐਸੇ ਜੀਵ ਅੱਜ ਵੀ, ਕਿਉਂਕਿ ਭੇਖੀ ਬਹੁਤ ਤੁਰੇ ਫਿਰਦੇ ਨੇ, ਹੋ ਸਕਦਾ ਉਹ ਕਰਦੇ ਹੋਣਗੇ, ਪਰ ਨਿਰੰਕਾਰ ਦੇ ਦਰ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਸੋ ਸਤਿਗੁਰ ਜੀ ਕਹਿੰਦੇ ਨੇ ਵੀ ਜਿਹੜੇ ਅੰਦਰਮੁਖੀ, ਉਹਨਾਂ ਨੇ ਸਵਾਲ ਕੀਤਾ ਸਾਰਿਆਂ ਨੂੰ ਵੀ ਅੰਦਰਮੁਖੀ ਉਹਨਾਂ ਦੇ ਬੜੀ ਜ਼ਹਿਰ ਹੈ ਮਹਾਰਾਜ, ਤੇ ਜਦੋਂ ਬਚਨ ਕਰਦੇ ਨੇ ਉਹ ਅੰਮ੍ਰਿਤ ਵਾਂਗੂ ਬੜੇ ਸਿਆਣੇ ਚਤੁਰ ਹੋ ਕੇ, ਉਹ ਕਪਟੀ ਹੋ ਕੇ ਬਚਨ ਕਰਦੇ ਨੇ। ਤੇ ਸਤਿਗੁਰ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਨੇ ਜੰਪੁਰ ਬੱਧਾ ਚੋਟਾ ਖਾਵੇ, ਉਹ ਵੇ ਜਮ ਉਸ ਨੂੰ ਇੱਧਰ ਸੰਸਾਰ ਦੇ ਉੱਤੋਂ ਬੰਨ੍ਹ ਕੇ ਲੈ ਕੇ ਜਾਂਦੇ ਨੇ। ਤੇ ਜਿਸ ਵੇਲੇ ਜਮਰਾਜ ਦੇ ਮੂਹਰੇ ਖੜਾ ਕੀਤਾ ਜਾਂਦਾ, ਉਸ ਵੇਲੇ ਉਹਦੇ ਜਦੋਂ ਕਰਮ ਪੜ੍ਹੇ ਜਾਂਦੇ ਨੇ ਬੜੀਆਂ, ਉਹਨੂੰ ਉਸ ਵੇਲੇ ਚੋਟਾਂ ਪੈਂਦੀਆਂ ਨੇ, ਬੜੇ ਭਿਆਨਕ ਤਰ੍ਹਾਂ ਦੇ ਉਹਨੂੰ ਕਸ਼ਟ ਤੇ ਤਸੀਹੇ ਦਿੱਤੇ ਜਾਂਦੇ ਹਨ। ਅਨਿਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਜਿੰਨੇ ਮਰਜੀ ਲੁਕ ਕੇ ਜੀਵ ਇਸ ਤਰ੍ਹਾਂ ਦਾ ਪਾਪ ਕਮਾ ਲਵੇ, ਸਤਿਗੁਰੂ ਜੀ ਨਿਰੰਕਾਰ ਜੀ ਗਿਆਨ ਦਿੰਦੇ ਨੇ ਸੰਸਾਰ ਨੂੰ। ਕਹਿੰਦੇ ਭਾਵੇਂ ਉਹ 7 ਪਰਦਿਆਂ ਦੇ ਪਿਛਲੇ ਪਾਸੇ ਬੈਠ ਕੇ ਉਹ ਕੁਕਰਮ ਕਮਾਵੇ, ਪਰ ਕਹਿੰਦੇ ਜਿੱਦਾਂ ਮਰਜੀ ਕਮਾਈ ਜਾਵੇ, ਪਰ ਇਸ ਸੰਸਾਰ ਦੇ ਵਿੱਚ ਉਹਦੇ ਪਾਪ ਜਿਹੜੇ ਨੇ ਪ੍ਰਗਟ ਹੋ ਹੀ ਜਾਣੇ ਨੇ। ਦੇਖੋ ਹੁਣ ਤਾਂ ਚਲੋ ਬਹੁਤ ਸੰਸਾਰ ਦੇ ਉੱਤੇ ਆ CCTV ਦੇ ਕੈਮਰੇ ਲੱਗ ਗਏ ਨੇ, ਨਾ ਬੜਾ ਸੈਟਲਾਈਟਾਂ ਚੜ ਗਈਆਂ, ਬੰਦੇ ਇਕੱਲੇ ਇੱਕ ਬੰਦੇ ਦਾ ਇਹਨਾਂ ਨੂੰ ਗਿਆਨ ਹੋ ਗਿਆ। ਪਰ ਜਦੋਂ ਤੁਸੀਂ ਥੋੜਾ ਜਿਹਾ ਪਿੱਛੇ ਨਿਗਾਹ ਮਾਰ ਕੇ ਦੇਖੋਗੇ ਨਾ, ਜਦੋਂ ਇਹ ਚੀਜ਼ਾਂ ਬਹੁਤੀਆਂ ਨਹੀਂ ਸਨ, ਤੇ ਕੋਈ ਜਿਹੜਾ ਚੋਰੀ ਕਰ ਲੈਂਦਾ ਹੁੰਦਾ ਸੀ ਨਾ, ਉਹ ਇਦੋਂ ਤਰੀਕੇ ਦੇ ਨਾਲ ਇਹਨੂੰ ਸੂਝ ਦੇ ਨਾਲ ਚੋਰੀ ਕਰਿਆ ਕਰਦਾ ਹੁੰਦਾ ਸੀ ਕਿ ਕੋਈ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਜਾਣੀ ਕਿ ਨਹੀਂ ਇਹ ਚੋਰ ਕਿਹੜੇ ਰੂਪ ਦੇ ਵਿੱਚ ਚੋਰੀ ਕਰ ਗਿਆ। ਪਰ ਉਸ ਥੋੜੇ ਦਿਨਾਂ ਬਾਅਦ ਜਾਂ ਹਫ਼ਤਾ ਬਾਅਦ ਪ੍ਰਗਟ ਹੋ ਜਾਂਦੀ ਹੁੰਦੀ ਸੀ ਫਲਾਣੇ ਨੇ ਚੋਰੀ ਕੀਤੀ ਆ, ਕੋਈ ਕਿਸੇ ਦਾ ਖੂਨ ਕਰ ਗਿਆ, ਕੋਈ ਕਿਸੇ ਦੀ ਇੱਜ਼ਤ ਲੁੱਟ ਕੇ ਚਲ ਗਿਆ। ਇਹ ਚੀਜ਼ਾਂ ਲੁਕਦੀਆਂ ਹੁੰਦੀਆਂ ਨਹੀਂ ਸਨ। ਮੈਨੂੰ ਬੈਠੇ ਬੈਠੇ ਨੂੰ ਹੁਣ ਇੱਕ ਗੱਲ ਚੇਤੇ ਆਈ। ਇੱਕ ਨਗਰ ਦੇ ਵਿੱਚ ਕੀ ਹੋਇਆ ਨਾ, ਇੱਕ ਬੀਬੀ ਸੀ, ਇਹ ਸੱਚੀ ਗੱਲ ਹੈ, ਇਹ ਜਦ ਕਿ ਮੇਰੀ ਆਪਣੀ ਦੇਖੀ ਹੋਈ ਗੱਲ ਮੈਂ ਜਿਹੜੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਹਾਂ ਕਿ ਜਿਹੜਾ ਕੀਤਾ ਹੋਇਆ ਪਾਪ ਕਦੀ ਲੁਕਦਾ ਨਹੀਂ ਹੁੰਦਾ। ਉਸ ਬੀਬੀ ਦੇ ਸੰਬੰਧ ਗਲਤ ਸਨ ਕਿਸੇ ਦੇ ਨਾਲ, ਤੇ ਘਰ ਵਾਲਾ ਉਹਦਾ ਬੱਸ ਡਰਾਈਵਰ ਹੁੰਦਾ ਸੀ। ਤੇ ਉਹ ਜਿਸਲੇ ਵਿਚਾਰਾ ਆਇਆ ਰਾਤ ਨੂੰ, ਨੌਕਰੀ ਤੋਂ ਤਨਖਾਹ ਕੋਲ ਸੀ, ਤੇ ਜਿਸਲੇ ਉਹਨੇ ਆਪਣੇ ਪਿੰਡ ਵੱਲ ਨੂੰ ਮੁੜਨਾ ਸੀ, ਉਦੋਂ ਜਗ੍ਹਾ ਦੇ ਉੱਤੇ ਇਹ ਜਿਨ੍ਹਾਂ ਦੇ ਨਾਲ ਬੀਬੀ ਦੇ ਗਲਤ ਸੰਬੰਧ ਸਨ ਉਹ ਉੱਥੇ ਬੈਠੇ, ਉਹਨਾਂ ਨੇ ਉਹਦੇ ਸਿਰ ਦੇ ਵਿੱਚ ਕਹੀ ਮਾਰੀ, ਨਾਲੇ ਤਾਂ ਸਭ ਕੁਝ ਲੁੱਟ ਕੇ ਲੈ ਗਿਆ, ਹਨੇਰਾ ਵੀ ਸੀਗਾ, ਤੇ ਉਹ ਸਭ ਕੁਝ ਲੁੱਟ ਕੇ ਰਹਿ ਗਿਆ, ਤੇ ਉਹ ਜੀਵ ਉੱਥੇ ਮਰ ਗਿਆ।
जिसले वो मर गया तो दूजे दिन सवेर नूं ओहदी लाश लियांदी गई पिंड दे विच, तां उत्थे की होया ते पुलिस वाले भी आ गए। हुण कई सारे पुलिस वाले माड़े नहीं हुंदे ते सारे चंगे भी नहीं हुंदे हैगे। सो इस करके जिसले उन्होंने पुलिस उत्थे आ गई तो जिहड़ा उहदा पुलिस दे विच थाणेदार सी वो बहुत अकलमंद सी। बड़ी दुनिया इकट्ठी हुई उत्थे। जिस इकट्ठी होने के बावजूद की होया ते सारे बहुत उच्ची उच्ची रोन डे बड़ा बरलाप कांड आया ते नाल दरसीसा भी दिंदे भी ओहदा गर्ख जे बेड़ा जिसने एडा भैड़ा कर्म किया। ये तो जीव बड़ा नेक सी। ते जिहड़ी ओहदे घर वाली सी ना वो भी बहुत उच्ची उच्ची पिटन डई सीगी। तो ये जिहड़ा पुलिस वाला सी, इस पुलिस वाले नूं मैं मिलिया होया, मैं तां तुहाडे नाल ये गल करन लगा। तो वो बड़ा सियाणा सी, वो देखदा रहा, हर एक नूं देखदा रहा। जिस वेले उस जीव की लाश चक के सिविया वालों शमशान घाट वालों तुरन लगे तो उन्हें जाके जिहड़ी ओहदी घर वाली सी ना ओहदे पुआं के थप्पड़ मारिया। भरी संगत दे विच सारा पिंड इकट्ठा होया सी। उस वेले बहुत जोर दे नाल ओहदे थप्पड़ मारिया ते सारे आखण लगे, कहते थाणेदारा ये तू की कीता? ये तो इहदे घर वाली आ, तो तू इहदी थप्पड़ मार दिता। आखण लगा कि मैनू जिहड़ा मुलजम आ जिसने ये कीता काम, मैनू ओहदा पूरा पता लग गया वो कौन है। ते सारे हैरान हो गए, आखण लगे कौन? कहंदा यही आ। तो कहते भी ये किदां आ? इहदे तां घर वाला आ, इन्हां दे न्याणे दो आ, इकट्ठे रहण दे। वो कहंदा मैं तुहानूं दसदा भी यही आ, हुण तुसीं थोड़ा जिहा परे हो जाओ। जिस वेले एक दो होर बीबी दे छड्डियां तो बीबी ने सारा बयान कर दिता भी किहड़े रूप दे विच ब्योतबंदी बनी सी। ते फिर जिहड़े पिंड दे मोहतबर सन, जिन्होंने आपां पंचायत कहते हैं, वो आखण लगे थाणादार तैनूं किद्दां पता लग्या? आखण लगा सब तो ज़्यादा रोंदा कौन सी भाई? ते कहंदे ये रोंदी सी घर वाली। कहंदी इहदे अखां दे विच देखो देखो हंझू भी आया। ते जदों पिंड वालिआं ने देखिआ उहदे अख दे विचों हंझू आया ही कोई नहीं सी। इस कारण करके गुरु कोई ना कोई खेड वरता दिंदा, चोर दा मुजरम दा पता लगे ही जांदा। सो इत्थे सतगुरु सच्चे पातशाह जी इसे करके आपां नूं इस दा ज्ञान दिंदे ने ते संगत नूं ज्ञान दिंदे ने। भावें सत्तां पड़दिआं दे पिछे ये पाप कमा लवे, वो पाप संसार दे विच प्रगट हो ही जांदा है। अंतर साच नाम रस राता, नानक तिस किरपाल बेदाता। कहंदे जिन्हां दे अंदर सच्चे नाम ने घर कीता हुंदा, जिहड़ा सच्चा नाम दा रस जिन्हां नूं प्राप्त हो जांदा। निरंकार जी कहंदे ने नानक तिस किरपाल विधाता। विधाता कहंदे ने बनाउण वाले नूं, संसार नूं बनाउण वाले नूं, कर्म लिखण वाले नूं, लेख लिखण वाले नूं। कहंदे उन्हां दे उत्ते ओह जिहड़ा विधाता है, परमेश्वर है, ਉਹ ਕਿਰਪਾਲੂ ਦਿਆਲੂ ਹੋ ਜਾਂਦਾ ਹੈ। ਗੌੜੀ ਮਹਲਾ ਪੰਜਵਾਂ, ਰਾਮ ਰੰਗ ਕਦੇ ਉਤਰ ਨ ਜਾਏ, ਗੁਰਪੂਰਾ ਜਿਸ ਦੇ 부ਝਾਏ। ਹੁਣ ਇਹਦੇ ਅਰਥ ਆਪਾਂ ਨੂੰ ਪਿੱਛੋਂ ਕਰਨੇ ਪੈਣੇ ਨੇ। ਗੁਰਪੂਰਾ ਜਿਸ ਦੇ ਬੁਝਾਏ, ਜਿਹੜਾ ਪੂਰਾ ਨਿਰੰਕਾਰ ਵਾਹਿਗੁਰੂ ਜਿਸ ਜੀਵ ਦੇ ਉੱਤੇ ਕਿਰਪਾ ਕਰਕੇ ਇਹ ਸੋਝੀ ਦੇ ਦਿੰਦਾ, ਇਹ ਮੱਤ ਦੇ ਜਾਂਦਾ ਵੀ ਤੂੰ परमात्मा की बंदगी करने वास्ते संसार के उत्ते आया, सेवा करने वास्ते तू संसार के उत्ते आया। वो ਜਿਹੜੇ सचेत हो जाते हैं, ਜਿਹੜੇ सतगुर के ज्ञान नूं पकड़ लेंदे ने, वो फिर निरंकार के नाम दे विच जुड़ जाते हैं, सेवा दे विच जुड़ जाते हैं। उन्हां नूं फिर प्रीतम के नाम का रंग चढ़ना शुरू हो जाता। ते राम शब्द विच रमिया होया राम जिहड़ा है उहदा रंग चढ़ना जदों शुरू हो जाता, फिर जिन्हां ने इस तरह पहचान लिया, ये फिर निरंकार सच्चे पातशाह किरपा करते हैं। उन्हों का वो प्रीतम का जिहड़ा चढ़िया होया प्रेम का रंग वो कभी भी भाई उतरता नहीं, भावें सिर के उत्ते आरे चलन या उबलदियां देगां दे विच बठाल दिता जावे। हर रंग राता सो मन साचा, लाल रंग पूरन पुरख विधाता। कहते जिन्हां ने प्रीतम दे रंग दे विच अपने आप नूं रंग लिया, प्रेम दे विच अतुट प्रेम निरंकार नाल पा लिया, ਉਹ ਮਨ ਦੇ ਵਿੱਚ ਸੱਚਾ ਜੀਵ ਹੋ ਜਾਂਦਾ ਹੈ। ਉਹ ਸੱਚਾ ਹੋ ਜਾਂਦਾ, ਉਹਦੀ ਮਤ ਨਿਰਮਲ ਹੋ ਜਾਂਦੀ, ਬੁੱਧ ਨਿਰਮਲ ਹੋ ਜਾਂਦੀ। ਪਰ ਕਹਿੰਦੇ ਲਾਲ ਰੰਗ ਪੂਰਨ ਪੁਰਖ ਵਿਦਾਤਾ, ਅਸਲੀ ਸਾਰੇ ਰੰਗਾਂ ਦਾ ਖਜ਼ਾਨਾ, ਅਸਲੀ ਸਾਰੇ ਖਜ਼ਾਨਿਆਂ ਦਾ ਭੰਡਾਰਿਆਂ ਦਾ ਮਾਲਕ ਜਿਹੜਾ ਉਹ ਪੁਰਖ ਵਿਦਾਤਾ ਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਖੁਦ ਆਪ ਹਨ। ਰਹਾਓ ਸੰਤੈ ਸੰਗ ਬੈਸ ਗੁਣ ਗਾਏ,
ਤਾਂ ਕਾ ਰੰਗ ਨ ਉਤਰੈ ਜਾਏ। ਜਿਹੜੇ ਜੀਵ ਸਤਿਗੁਰ ਦੀ ਬਖਸ਼ਿਆ ਹੋਏ ਦੀ ਸੰਗਤ ਦੇ ਵਿੱਚ ਬੈਠ ਕੇ ਪ੍ਰੀਤਮ ਦੀ ਵਡਿਆਈ ਕਰਦੇ ਨੇ, ਉਹਨਾਂ ਨੂੰ ਇਹ ਰੰਗ ਚੜ ਜਾਂਦਾ ਹੈ ਤੇ ਉਹਨਾਂ ਦਾ ਰੰਗ ਕਦੀ ਵੀ ਫਿਰ ਨਹੀਂ ਉਤਰਦਾ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ। ਨਾਲ ਸੁਚੇਤ ਕਰਕੇ ਸਤਿਗੁਰ ਕਹਿੰਦੇ ਨੇ ਸਿਮਰਨ ਤੋਂ ਬਗੈਰ, ਸਤਿਗੁਰ ਦੇ ਪੂਰਨ ਨਾਮ ਤੋਂ ਬਗੈਰ ਇਹ ਸੁਖ ਪ੍ਰਾਪਤ ਨਹੀਂ ਹੁੰਦਾ ਤੇ ਨਾਮ ਦਾ ਰੰਗ ਵੀ ਨਹੀਂ ਚੜਦਾ। ਬਾਕੀ ਜਿਹੜੇ ਸਾਰੇ ਮਾਇਆ ਦੇ ਰੰਗ ਨੇ ਇਹ ਸਾਰੇ ਫਿੱਕੇ ਨੇ, ਇਹ ਜਿਹੜੇ ਇੱਕ ਸੁੰਭਾ ਰੰਗ ਨਹੀਂ ਹੈ, ਇਸ ਕਰਕੇ ਇਹ ਉਤਰ ਜਾਂਦੇ ਨੇ। ਗੁਰ ਰੰਗੇ ਸੇ ਪਏ ਨਿਹਾਲ, ਕਹੋ ਨਾਨਕ ਗੁਰ ਪਏ ਹੈ ਦਇਆਲ। ਜਿਨ੍ਹਾਂ ਤੇ ਗੁਰੂ ਨਿਰੰਕਾਰ ਕਿਰਪਾ ਕਰ ਦਿੰਦੇ ਨੇ, ਜਿਹੜੇ ਇਦੂ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਉਹਨਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਹਾਲ ਹੋ ਜਾਂਦੇ ਨੇ। ਨਿਹਾਲ ਦਾ ਮਤਲਬ ਹੋ ਕੇ ਸਾਰੇ ਦੁੱਖਾਂ ਤੋਂ ਉਹਨਾਂ ਨੂੰ ਰਹਿਤ ਕਰ ਦਿੰਦੇ ਨੇ। ਕਹੋ ਨਾਨਕ ਗੁਰ ਪਏ ਹੈ ਦਿਆਲ। ਕਹਿੰਦੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਜਿਹੜੇ ਪ੍ਰੇਮੀ ਨੇ, ਇਸ ਤਰ੍ਹਾਂ ਦੇ ਭਗਤ ਸੰਤ ਜਨ, ਉਹਨਾਂ ਦੇ ਉੱਤੇ ਸਦਾ ਹੀ ਦਿਆਲਤਾ ਤੇ ਦਿਆਲੂ ਕਿਰਪਾਲੂ ਹੁੰਦੇ ਹਨ। ਗੌੜੀ ਮਹਲਾ ਪੰਜਵਾਂ, ਸਿਮਰਤ ਸੁਆਮੀ ਕਿਲ ਵਿਖ ਨਾਸੇ, ਸੁਖ ਸਹਿਜ ਆਨੰਦ ਨਿਵਾਸੇ। ਸਤਿਗੁਰ ਸੱਚੇ ਪਾਤਸ਼ਾਹ ਦਾ ਸਿਮਰਨ ਕਰਨ ਦੇ ਨਾਲ ਇਹ ਸੰਸਾਰ ਦੇ ਜੀਵੋ ਸਾਰੇ ਪਾਪ ਜਿਹੜੇ ਨੇ ਨਾ, ਉਹਨਾਂ ਦਾ ਨਾਸ ਹੋ ਜਾਂਦਾ, ਪਾਪ ਸਾਰੇ ਖਤਮ ਹੋ ਜਾਂਦੇ ਨੇ। ਤੇ ਜਿਹੜਾ ਜੀਵਨ ਦਾ ਸਮਾਂ ਹੈ ਔਰ ਜੋ ਸਾਡਾ ਮਨ ਹੈ, ਸਾਡੀ ਜਿਹੜੀ ਮਤ ਹੈ, ਸਾਡੀ ਜਿਹੜੀ ਆਤਮਾ ਹੈ, ਇਹ ਸਦਾ ਸੁਖ ਦੇ ਵਿੱਚ ਤੇ ਅਡੋਲਤਾ ਦੇ ਵਿੱਚ, ਆਨੰਦ ਦੇ ਵਿੱਚ ਹੀ ਵਸਦੀ ਹੈ। ਰਾਮ ਜਨਾ ਕੋ ਰਾਮ ਪਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਜਿਹੜੇ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਅੰਦਰੋਂ ਅੰਮ੍ਰਿਤ ਦਾ ਰਸ ਆਉਣਾ ਸ਼ੁਰੂ ਹੋ ਗਿਆ, ਉਹ ਵੀ ਪੂਰਨ ਵਾਹਿਗੁਰੂ ਦੇ ਉੱਤੇ ਭਰੋਸਾ ਕਰਕੇ ਬੈਠਦੇ ਨੇ। ਉਹ ਵੀ ਕਿਸੇ ਹੋਰ ਦਾ ਭਰੋਸਾ ਨਹੀਂ ਕਰਦੇ, ਕੱਚਿਆਂ ਪਿੱਲਿਆਂ ਦਾ ਭਰੋਸਾ ਨਹੀਂ ਕਰਦੇ। ਨਾਮ ਜਪਤ ਸਭ ਮਿਟਿਓ ਅੰਦੇਸਾ। ਉਹ ਸੱਚੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ, ਉਹਨੂੰ ਜਦੋਂ ਜਪਦੇ ਨੇ, ਉਹਨਾਂ ਦੇ ਸਾਰੇ ਸੰਸੇ ਦੁੱਖ ਪਾਪ ਭਰਮ ਖਤਮ ਹੋ ਜਾਂਦੇ ਹਨ। ਰਹਾਉ ਸਾਧ ਸੰਗ ਕਛ ਪਉ ਨ ਪਰਾਤੀ, ਗੁਣ ਗੋਪਾਲ ਗਾਈਏ ਦਿਨ ਰਾਤੀ। ਜਦੋਂ ਅਸੀਂ ਸਾਧ ਸੰਗਤ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤ ਦੇ ਵਿੱਚ, ਜਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਜੋੜ ਮੇਲੇ ਜਿਹੜੇ ਲੱਗਦੇ ਨੇ, ਉਹਨਾਂ ਦੀ ਸੰਗਤ ਦੇ ਵਿੱਚ ਇਦੂ ਰੂਪ ਦੇ ਵਿੱਚ ਜਾਈਏ ਵੀ ਭਾਈ ਅਸੀਂ ਤਮਾਸ਼ੇ ਦੇਖਣ ਨਹੀਂ ਜਾਣੇ, ਉੱਥੇ ਖੇਡਾਂ ਦੇਖਣ ਨਹੀਂ ਜਾਣੀਆਂ, ਅਸੀਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਕੋਈ ਦਾਤ ਲੈਣ ਵਾਸਤੇ ਜਾਣਾ ਹਾਂ। ਤੇ ਜਿਹੜਾ ਪਿਆਰਾ ਹੁੰਦਾ ਦਾਤ ਵੀ ਨਿਰੰਕਾਰ ਦੇ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਤੇ ਨਾਮ ਦੀ ਹੀ ਮੰਗਦਾ ਹੈ। ਕਹਿੰਦੇ ਇਸ ਕਰਕੇ ਜਦੋਂ ਸਾਧ ਸੰਗਤ ਕੁਛ ਭਾਵਨਾ ਪ੍ਰਾਪਤੀ, ਜਿਹੜੀ ਸਾਧ ਸੰਗਤ ਹੈ, ਉਹਦੇ ਵਿੱਚ ਜਦੋਂ ਜੀਵ ਜਾ ਕੇ ਬਹਿ ਜਾਂਦਾ, ਗਿਆਨ ਦੇ ਨਾਮ ਦੇ ਉੱਤੇ ਸੰਪੂਰਨ ਭਰੋਸਾ ਹੋ ਜਾਂਦਾ, ਫਿਰ ਕੀ ਹੁੰਦਾ, ਉਹਦਾ ਸਾਰੇ ਜਿਹੜੇ ਭੌ ਨੇ ਉਹ ਖਤਮ ਹੋ ਜਾਂਦੇ ਨੇ, ਡਰ ਜਿਹੜੇ ਨੇ ਖਤਮ ਕਰ ਦਿੰਦੇ ਨਿਰੰਕਾਰ। ਤੇ ਗੁਣ ਗੋਪਾਲ ਗਾਈਏ ਦਿਨ ਰਾਤੀ। ਇਹਨਾਂ ਸਾਰੇ ਜਮਾਂ ਦੇ, ਮੌਤ ਦੇ, ਪਾਪਾਂ ਦੇ, ਦੁੱਖਾਂ ਨੂੰ ਨਿਵਰਤ ਕਰਨ ਵਾਸਤੇ ਆਓ ਗੁਰੂ ਕੀ ਸੰਗਤ ਦਿਨ ਰਾਤ ਬੈਠ ਕੇ ਉਹ ਪ੍ਰੀਤਮ ਵਾਹਿਗੁਰੂ ਦੇ ਗੁਣ ਗਾਈਏ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਨਿਰੰਕਾਰ ਕਿਰਪਾ ਕਰਦੇ ਨੇ ਆਪਣੇ ਪਿਆਰੇ ਦੇ ਉੱਤੇ, ਸਾਰੇ ਬੰਧਨਾਂ ਦੇ ਕੋਲੋਂ ਉਸ ਨੂੰ ਮੁਕਤੀ ਦਵਾ ਦਿੰਦੇ ਨੇ। ਸਾਰੇ ਜਿਹੜੇ ਬੰਧਨ ਨੇ ਉਹ ਸਾਰੇ ਛੱਡ ਜਾਂਦੇ ਨੇ ਉਸ ਨੂੰ, ਜਿਨ੍ਹਾਂ ਨੇ ਚਰਨ ਕਮਲ ਕੀ ਦੀਨੀ ਓਟ, ਉਹਨਾਂ ਪਿਆਰਿਆਂ ਨੂੰ ਨਿਰੰਕਾਰ ਆਪਣੇ ਚਰਨਾਂ ਦਾ ਨਿਵਾਸ ਬਖਸ਼ ਦਿੰਦੇ ਨੇ। ਕਹਿਣ ਤੋਂ ਉਪਰੰਤ ਉਹਨਾਂ ਦਾ ਮਨ ਜਿਹੜਾ ਹੈ ਤੇ ਉਹਨਾਂ ਦਾ ਜਿਹੜਾ ਤਨ ਹੈ, ਉਹ ਫਿਰ ਨਾਮ ਦੇ ਨਾਲ, ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਕਹੋ ਨਾਨਕ ਮਨ ਪਈ ਪ੍ਰਤੀਤ, ਨਿਰਮਲ ਜਸ ਪੀਵੈ ਜਨ ਨੀਤ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵੇਲੇ ਇਸ ਮਨ ਨੂੰ ਸਹੀ ਪ੍ਰਤੀਤ, ਸਹੀ ਗਿਆਨ ਹੋ ਗਿਆ, ਉਹ ਫਿਰ ਕੀ ਕਰਦਾ, ਉਹ ਨਾਮ ਦੇ ਨਾਲ ਜੁੜ ਕੇ ਨਿਰਮਲ ਜਸ ਪੀਵੇ ਜਨ ਨੀਤ। ਹਰ ਰੋਜ਼ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਿੜਾਈ ਕਰ ਕਰਕੇ ਆਨੰਦ ਦਾ ਵਾਲਾ ਰਸ ਜਿਹੜਾ ਹੈ ਉਹ ਪੀ ਰਿਹਾ ਹੈ। ਗੌੜੀ ਮਹਲਾ ਪੰਜਵਾਂ, ਹਰ ਚਰਣੀ ਜਾ ਕਾ ਮਨ ਲਾਗਾ, ਦੁਖ ਦਰਦ ਪ੍ਰਮਤਾ ਕਾ ਭਾਗਾ। ਜਿਸ ਸੰਸਾਰੀ ਜੀਵ ਦਾ ਮਨ ਨਿਰੰਕਾਰ ਸੱਚੇ ਪਾਤਸ਼ਾਹ ਦੇ ਸ਼ਬਦ ਦੇ ਨਾਲ ਜੁੜ ਗਿਆ,
ਉਸ ਨੇ ਅੰਦਰੋਂ ਮੈਂ ਮੇਰੀ ਖਤਮ ਕਰ ਦਿੱਤੀ। ਕਹਿੰਦੇ ਦੁੱਖ ਦਰਦ ਭਰਮ ਤਾਂ ਕਾ ਭਾਗਾ, ਜਿਹੜੇ ਸਾਰੇ ਦੁੱਖ ਨੇ, ਭਾਵੇਂ ਉਹ ਜਮਾਂ ਦੇ ਦੁੱਖ ਨੇ, ਜਿਹੜੇ ਦਰਦ ਨੇ, ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਰੋਗ ਲੱਗੇ ਹੋਣ, ਜਿਹੜਾ ਭਰਮ ਹੈ ਦੋ ਚਿੱਤੀ ਦੇ ਵਿੱਚ ਫਸਿਆ ਹੋਇਆ, ਉਹ ਸਾਰੇ ਹੀ ਨਾਮ ਦੀ ਕਿਰਪਾ ਦੇ ਨਾਲ ਇਸ ਜੀਵ ਦੇ ਕੋਲੋਂ ਭੱਜ ਜਾਵਣਗੇ। ਹਰ ਤਨ ਕੋ ਵਾਪਾਰੀ ਪੂਰਾ, ਜਿਸੇ ਨਿਵਾਜੇ ਸੋ ਜਨ ਸੂਰਾ। ਜੋ ਜੀਵ ਹਰੀ ਦੇ ਧਨ ਵਾਹਿਗੁਰੂ ਨਾਮ ਦੇ ਨਾਲ ਜੁੜ ਕੇ, ਬੰਦਗੀ ਦੇ ਨਾਲ ਜੁੜ ਕੇ ਇਹ ਪੂਰੇ ਧਨ ਦਾ ਵਪਾਰ ਕਰ ਰਿਹਾ ਹੈ, ਉਸ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਇਸ ਤਰ੍ਹਾਂ ਉਹਦੀ ਵਡਿਆਈ ਕਰਦੇ ਨੇ ਕਿ ਉਹ ਵੱਡਾ ਸੂਰਬੀਰ ਯੋਧਾ ਹੈ। ਰਹਾਓ ਜਾਂ ਕੋ ਪੈ ਕਿਰਪਾਲ ਗੁਸਾਈ, ਸੇ ਜਨ ਲਾਗੇ ਗੁਰ ਕੀ ਪਾਈ। ਜਿਨ੍ਹਾਂ ਦੇ ਉੱਤੇ ਪਰਮੇਸ਼ਰ ਨਿਰੰਕਾਰ ਜੀ ਕਿਰਪਾ ਕਰ ਦਿੰਦੇ ਨੇ ਭਾਈ, ਉਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਲੱਗਦੇ ਨੇ, ਉਹੀ ਸਤਿਗੁਰ ਦੇ ਨਾਮ ਦੇ ਨਾਲ ਜੁੜਦੇ ਨੇ, ਉਹੀ ਬੰਦਗੀ ਕਰ ਸਕਦੇ ਹਨ। ਸੁਖ ਸਹਿਜ ਸ਼ਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਜਿਹੜੇ ਸਾਰੇ ਸੁੱਖਾਂ ਦਾ ਔਰ ਸੀਤਲਤਾ ਦਾ, ਸਹਿਜ ਅਟੋਲਤਾ ਦੇ ਜਿਹੜੇ ਆਨੰਦ ਦੇਣ ਵਾਲੇ ਨੇ, ਉਹਨਾਂ ਨੂੰ ਜੀਵ ਜਪ ਜਪ ਕੇ ਜੀ ਕੇ, ਉਸ ਦੀ ਬੰਦਗੀ ਕਰ ਕਰਕੇ, ਉਸ ਦਾ ਸਿਮਰਨ ਕਰ ਕਰਕੇ, ਆਰਾਧਨਾ ਕਰ ਕਰਕੇ ਹੀ ਸੰਸਾਰ ਦੇ ਉੱਤੇ ਪੂਰੇ ਨਿਰੰਕਾਰ ਵਾਹਿਗੁਰੂ ਪਰਮਾਨੰਦਾ ਨੂੰ ਯਾਦ ਕਰ ਕਰਕੇ, ਉਹਦੀ ਵਡਿਆਈ ਕਰਕੇ ਜੀਂਦਾ ਹੈ। ਨਾਮ ਰਾਸ ਸਾਧ ਸੰਗ ਖਾਟੀ, ਕਹੋ ਨਾਨਕ ਪ੍ਰਭ ਅਪਦਾ ਕਾਟੀ। ਨਾਮ ਰਾਸ, ਜਿਨ੍ਹਾਂ ਨੇ ਨਾਮ ਰੂਪੀ ਪੂੰਜੀ ਸਾਧ ਸੰਗਤ ਦੇ ਵਿੱਚ ਬੈਠ ਕੇ ਖੱਟ ਲਈ ਔਰ ਕਮਾ ਲਈ, ਕਹਿੰਦੇ ਕਹੋ ਨਾਨਕ ਪ੍ਰਭ ਅਪਦਾ ਕਾਟੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਸ ਜੀਵ ਦੀਆਂ ਸਾਰੀਆਂ ਵਿਪਤਾਂ, ਸਾਰੇ ਦੁੱਖ, ਸਾਰੇ ਰੋਗ, ਸਾਰੇ ਪਾਪ ਖਤਮ ਕਰ ਦਿੰਦੇ ਨੇ, ਕੱਟ ਦਿੰਦੇ ਹਨ। ਕੌੜੀ ਮਹਲਾ ਪੰਜਵਾਂ, ਹਰ ਸਿਮਰਤ ਸਭ ਮਿਟੈ ਕਲੇਸ, ਚਰਨ ਕਮਲ ਮਨ ਮਹਿ ਪਰਵੇਸ। ਪ੍ਰੀਤਮ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਭਾਈ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ। ਚਰਨ ਕਮਲ ਜਿਹੜਾ ਸ਼ਬਦ ਹੈ ਨਿਰੰਕਾਰ ਦਾ, ਉਹ ਸਤਿਗੁਰ ਦੇ ਚਰਨ ਹਨ, ਉਹ ਮਨ ਦੇ ਵਿੱਚ ਜਾ ਕੇ ਟਿਕ ਜਾਂਦੇ ਨੇ, ਪ੍ਰਵੇਸ਼ ਕਰ ਜਾਂਦਾ ਹੈ, ਸ਼ਬਦ ਪ੍ਰਗਟ ਹੋ ਜਾਂਦਾ ਹੈ। ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਇਸ ਸੰਸਾਰ ਦੇ ਜੀਵੋ ਲੱਖਾਂ ਵਾਰੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਵਡਿਆਈ ਕਰੋ, ਉਸ ਦੇ ਨਾਮ ਨੂੰ ਲੱਖਾਂ ਵਾਰੀ ਹੀ ਉਚਾਰਨ ਕਰੋ, ਉਸ ਨੂੰ ਬੇਅੰਤ ਆਖੋ ਤੇ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਹੈ ਪਿਆਰੀ ਗੁਰੂ ਕੀ ਸਾਧ ਸੰਗਤ ਜੀਓ, ਉਹ ਨਿਰੰਕਾਰ ਦੀ ਕਿਰਪਾ ਦੇ ਨਾਲ ਇਸ ਨਾਮ ਦੇ ਨਾਲ ਜੁੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਰੋਜ਼ ਉਹ ਅੰਮ੍ਰਿਤ ਸਦਾ ਅਮਰ ਰਹਿਣ ਵਾਲਾ ਜਿਹੜਾ ਨਾਮ ਹੈ, ਉਸ ਦੇ ਰਾਹੀਂ ਨਿਰੰਕਾਰ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਅੰਮ੍ਰਿਤ ਪੀਵੋ ਛਕੋ। ਰਹਾਓ ਸੁਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਜਿਹੜੇ ਜੀਵ ਜਿਨ੍ਹਾਂ ਨੂੰ ਇਹ ਆਨੰਦ ਆਉਣਾ ਸ਼ੁਰੂ ਹੋ ਗਿਆ, ਉਹਨਾਂ ਨੂੰ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ। ਵਾਹਿਗੁਰੂ ਜੀ ਜਿਹੜੇ ਜਪ ਰਹੇ ਹੁੰਦੇ ਨੇ, ਜਪ ਜਪ ਜੀਵੇ ਪਰਮਾਨੰਦਾ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਪ੍ਰੀਤਮ ਦੇ ਨਾਮ ਨੂੰ, ਵਾਹਿਗੁਰੂ ਨੂੰ ਜਪ ਜਪ ਕੇ ਹੀ ਜੀਉਂਦੇ ਹਨ, ਉਹਨਾਂ ਨੇ ਇਹ ਸਭ ਤੋਂ ਵੱਡਾ ਆਪਣਾ ਨਿਯਮ ਬਣਾ ਲਿਆ। ਨਿਰੰਕਾਰ ਉਹਨਾਂ ਨੂੰ ਸੁਖ, ਸਹਿਜ ਅਡੋਲਤਾ, ਰਸ, ਅੰਮ੍ਰਿਤ ਦਾ ਰਸ ਤੇ ਮਹਾ ਆਨੰਦ ਹਰ ਵੇਲੇ ਹੀ ਉਸ ਦੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਚੰਗੇ ਤੱਤ ਨੇ ਸਤਿਗੁਰ ਪਾ ਕੇ, ਉਹਦੇ ਵਿੱਚ ਉਹਨਾਂ ਨੂੰ ਆਨੰਦ ਹੀ ਪ੍ਰਾਪਤ ਹੁੰਦਾ ਰਹਿੰਦਾ ਹੈ। ਕਾਮ ਕ੍ਰੋਧ ਲੋਭ ਮਦ ਖੋਏ, ਸਾਧੁਕ ਸੰਗ ਕਿਲ ਵਿਖ ਸਭ ਧੋਏ। ਇਸ ਤਰ੍ਹਾਂ ਦੇ ਜੀਵ ਦੇ ਜਿਹੜੇ ਕਾਮ ਵਾਸ਼ਨਾਵਾਂ ਨੇ, ਕ੍ਰੋਧ ਨੇ, ਲੋਭ ਨੇ, ਮਦ ਕਹਿੰਦੇ ਹੰਕਾਰ ਨੂੰ, ਇਹ ਸਾਰੇ ਹੀ ਸਰੀਰ ਤੋਂ ਦੂਰ ਨੱਠ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕਦੋਂ? ਸਾਧ ਕੇ ਸੰਗ ਕਿਲ ਵਿਖ ਸਭ ਧੋਏ, ਜਦੋਂ ਸੰਤ ਮਹਾਪੁਰਸ਼ਾਂ ਦੀ ਬਖਸ਼ਿਸ਼ਾਂ ਦੀ ਸੰਗਤ ਦੇ ਵਿੱਚ ਬੈਠ ਕੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਤੇ ਸਾਰੇ ਪਾਪ ਵੀ ਜੀਵ ਉੱਥੇ ਜਾ ਕੇ ਧੋ ਲੈਂਦਾ ਹੈ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਦੀਜੈ ਸਾਦਰ ਵਾਲਾ। ਮੇਰੇ ਤੇ ਕਿਰਪਾ ਕਰੋ ਦੀਨਾਂ ਦੇ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ, ਸੰਸਾਰ ਤੇ ਕਿਰਪਾ ਕਰੋ, ਨਾਨਕ ਦੀਜੈ ਸਾਦਰ ਵਾਲਾ। ਇਸ ਤਰ੍ਹਾਂ ਦੇ ਬਖਸ਼ਿਆਂ ਦੇ ਚਰਨਾਂ ਦੀ ਧੂੜ ਸਾਨੂੰ
ਉਹਨਾਂ ਦੀ ਸੰਗਤ ਸਾਨੂੰ ਬਖਸ਼ਿਸ਼ ਕਰੋ। गौड़ी महला पंजवा, जिसका दिया पैने खाए, तिस स्यों आलस क्यों बने माए। ਹੁਣ ਸਵਾਲ ਖੜਾ ਹੋ ਗਿਆ ਨਿਰੰਕਾਰ ਸੱਚੇ ਪਾਤਸ਼ਾਹ ਜੀ ਹੁਣ ਪੁੱਛ ਰਹੇ ਨੇ ਸੰਗਤ ਨੂੰ ਵੀ, ਜਿੱਥੇ ਉਪਦੇਸ਼ ਦਿੰਦੇ ਨੇ ਉੱਥੇ ਉਹਨਾਂ ਨੂੰ ਪੁੱਛਦੇ ਨੇ, ਕਹਿੰਦੇ ਨੇ ਵੀ ਜਿਸ ਦਾ ਤੁਸੀਂ ਰੋਜ਼ ਦਿੱਤਾ ਖਾ ਰਹੇ ਹੋ, ਜਿਸ ਦਾ ਦਿੱਤਾ ਤੁਸੀਂ ਪਹਿਨ ਰਹੇ ਹੋ, ਫਿਰ ਕਿਉਂ ਆਲਸ ਕਰਦੇ ਹੋ? ਉਸ ਨੂੰ ਬੰਦਗੀ ਕਰਨ, ਉਹਦਾ ਸ਼ੁਕਰਾਨਾ ਕਰਨ ਵਾਸਤੇ ਕਿਉਂ ਆਲਸ ਕਰਕੇ ਬੈਠੇ ਹੋ? खसम बिसारे आन कम लागै, कौडी बदले रतन त्यागै। ਉਹ ਪ੍ਰੀਤਮ ਵਾਹਿਗੁਰੂ ਨੂੰ ਤਿਆਗ ਕੇ ਤੁਸੀਂ ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਹੋ, ਜਿਹੜੇ ਕਰਮ ਐਸੇ ਕਰਮ ਕਰ ਰਹੇ ਹੋ ਜਿਨ੍ਹਾਂ ਦੇ ਨਾਲ ਤੁਹਾਡੀ ਪ੍ਰਮਾਤਮਾ ਦੇ ਨਾਲ, ਉਹ ਕਰਤੇ ਦੇ ਨਾਲ, ਵਿਧਾਤੇ ਦੇ ਨਾਲ, ਦਿਆਲੂ ਦੇ ਨਾਲ ਦੂਰੀ ਪੈ ਰਹੀ ਆ। ਤਾਂ ਕਹਿੰਦੇ ਆ ਜਿਹੜਾ ਤੇਰਾ ਜਨਮ ਹੈ ਹੀਰੇ ਵਰਗਾ, ਕੌਡੀ ਬਦਲੇ, ਇਸ ਜਨਮ ਨੂੰ ਤੂੰ ਬੇਅਰਥ ਗਵਾਈ ਜਾ ਰਿਹਾ। ਤੇ ਦੂਸਰਾ ਕਹਿੰਦੇ ਨੇ ਵੀ ਕੌਡੀ ਦੇ ਬਦਲੇ, ਜਿਹੜੀ ਮਾਇਆ ਦੀਆਂ 2-4 ਕੌਡੀਆਂ ਨੇ, ਉਹਨਾਂ ਦੇ ਬਦਲੇ ਤੂੰ ਜਿਹੜਾ ਮਾਇਆ ਦਾ ਮਾਲਕ, ਮਾਇਆ ਦਾ ਪਤੀ ਹੈ, ਤੈਨੂੰ ਸਾਰੀਆਂ ਦਾਤਾਂ ਦੇਣ ਵਾਲਾ, ਉਹਨੂੰ ਤਿਆਗ ਕੇ ਬੈਠਾ। रहाओ प्रभु त्याग लागत अनलोबा, दास सलाम करत कत सोबा। ਜਿਹੜੇ ਪ੍ਰਭੂ ਨੂੰ ਤਿਆਗ ਕੇ ਸਤਿਗੁਰ ਨੂੰ ਪਿੱਠ ਦੇ ਕੇ ਬੜੀ ਮਾਇਆ, ਉਹਨਾਂ ਨੇ ਕੋਈ ਕਰਮ ਕੀਤੇ ਹੋਣਗੇ ਭਾਈ, ਲੇਖ ਉਹਨਾਂ ਦੇ ਚੰਗੇ ਕੋਈ ਪਿਛਲੇ ਜਨਮ ਚ ਕੀਤੇ ਹੋਣਗੇ, ਜਿਹਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਰਹਿਮਤ ਕਰਕੇ ਬਹੁਤ ਮਾਇਆ ਦੇ ਦਿੱਤੀ। ਬੜੇ ਲੋਭ ਦੇ ਵਿੱਚ ਲੱਗੇ ਹੁੰਦੇ ਨੇ ਉਹ, ਕਹਿੰਦੇ ਇਦੂ ਲੋਭ ਦੇ ਵਿੱਚ ਲੱਗ ਕੇ ਬੜੇ ਦਾਸ ਨੇ ਜਿਹੜੇ ਕਿ ਤੇਰੀ ਮਾਇਆ ਨੂੰ ਸਲਾਮੀਆਂ ਕਰ ਰਹੇ ਨੇ, ਤੇਰੇ ਕੋਲ ਮਾਇਆ ਹੋਣ ਕਰਕੇ ਤੇਰੇ ਹੁਕਮ ਨੂੰ ਪੂਰੀ ਤਰ੍ਹਾਂ ਤੇ ਮੰਨਦੇ ਹਨ। अमृत रस खावे खान पान, जिन दिए तिसे न जाने स्वान। ਉਹ ਮੂਰਖ ਮਤ ਵਾਲੇ, ਉਹ ਮਨਮੁਖਾ ਜਿਹੜੇ ਅੰਮ੍ਰਿਤ ਰਸ ਜਾਣਗੇ, ਬਹੁਤ ਪਵਿੱਤਰ ਰਸ ਜਿਹੜੇ ਪਾਨ ਤੇ ਖਾਨ, ਤੂੰ ਮਾੜੇ ਤੋਂ ਮਾੜੇ ਖਾਣੇ ਖਾ ਰਿਹਾ ਹੈ। ਜਿਨ ਦੀਏ ਤਿਸੇ ਨਾ ਜਾਣ ਹੈ ਸਵਾਨ। ਸਵਾਨ ਕਹਿੰਦੇ ਨੇ ਕੁੱਤੇ ਨੂੰ। ਕਹਿੰਦੇ ਜਿਸ ਨੇ ਤੈਨੂੰ ਇਹ ਸਾਰੇ ਪਦਾਰਥ ਦਿੱਤੇ, ਸੋਹਣੇ ਖਾਨ ਮੰਦਰ ਦਿੱਤੇ, ਸੋਹਣੇ ਤੈਨੂੰ ਪਦਾਰਥ ਦਿੱਤੇ, ਸੋਹਣੀਆਂ ਚੀਜ਼ਾਂ ਦਿੱਤੀਆਂ, ਤੈਨੂੰ 4 ਛਿੱਲੜ ਵੀ ਦਿੱਤੇ, ਤੂੰ ਉਹ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਕੁੱਤਾ ਵੀ ਤਾਂ ਵੈਸੇ ਗਾਹਾਂ ਜਾ ਕੇ ਨਿਰੰਕਾਰ ਨੇ ਵਫਾਦਾਰੀ ਵੀ ਉਹਦੀ ਜ਼ਰੂਰ ਦਿਖਾਉਣੀ ਆ। ਕਹਿੰਦੇ ਉਹ ਤੈਨੂੰ ਉਹਦੇ ਦਰ ਦੇ ਉੱਤੇ ਕੁੱਤਿਆਂ ਵਾਂਗੂ ਜਾਣਾ ਪੈਣਾ, ਤੇਰੀ ਕਦਰ ਨਹੀਂ ਉੱਥੇ ਕੋਈ ਪੈਣੀ। कहो नानक हम लूण हरामी, बख्श ले हो प्रभ अंतर जामी। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੱਲ ਸਰਗੁਣ ਸਰੂਪ ਦੇ ਵਿੱਚ ਆ। ਮੈਂ ਬੜੀ ਇਹਦੂ ਚੀਜ਼ ਦੇ ਉੱਤੇ ਪਰੇਸ਼ਾਨੀ ਹੁੰਦੀ, ਸਤਿਗੁਰ ਆਪਣੇ ਆਪ ਨੂੰ ਕਿਹੜੇ ਕਿਹੜੇ ਨਾਮ ਦੇ ਨਾਲ ਯਾਦ ਕਰਦੇ ਨੇ। ਅਸਲ ਵਿੱਚ ਇਹ ਨਾਮ ਸਾਡੇ ਵਾਸਤੇ ਨਹੀਂ, ਗੁਰੂ ਵਾਸਤੇ ਨਹੀਂ ਹੈ। ਕਹੋ ਨਾਨਕ, ਜਿੱਦਾਂ ਹੁਣ ਸਮਝ ਲਓ ਵੀ ਇਹ ਅਮਰੀਕ ਸਿੰਘ ਨੂੰ ਕਹਿ ਰਹੇ ਨੇ, ਭਈ ਤੂੰ ਕਹਿ ਅਮਰੀਕ ਸਿੰਘ ਹਰਵਿੰਦਰ ਕੋਲੇ, ਤੂੰ ਕਹਿ ਇਹ ਗੱਲ ਨੂੰ ਭਈ ਹਮ ਲੂਣ ਹਰਾਮੀ, ਅਸੀਂ ਤੇਰਾ ਲੂਣ ਖਾ ਕੇ, ਕਿਉਂਕਿ ਮਾਲਕਾ ਦਾਤਾਂ ਤਾਂ ਸਾਰੀਆਂ ਤੇਰੀਆਂ ਨੇ, ਇਹ ਲੂਣ ਵੀ ਤੇਰੀ ਦਿੱਤੀ ਆ, ਦਾਤ ਹੀ ਆ, ਅਸੀਂ ਲੂਣ ਖਾ ਕੇ ਹਰਾਮ ਕਰੀ ਜਾ ਰਹੇ ਹਾਂ ਤੇ ਤੋਂ ਬੇਮੁਖ ਹੋਏ ਹੋਏ ਆ। ਇਦਾਂ ਅਨੁਭਵ ਹੁੰਦਾ ਜਿੱਦਾਂ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਕਰੇ। ਤੇ ਨਾਲ ਹੀ ਆਪਾਂ ਸਾਰੇ ਸੰਸਾਰੀ ਜੀਵ ਅਰਦਾਸ ਕਰਦੇ ਆ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਸਨੇਹ ਪੈਦਾ ਹੋ ਗਿਆ, ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ ਕਿ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਬਾਣੀ ਮੈਨੂੰ ਹੀ ਸਮਝਾ ਰਹੀ ਹੈ। ਤੇ ਉਹ ਕਹਿੰਦੇ ਨੇ ਬਖਸ਼ ਲਿਓ ਪ੍ਰਭ ਅੰਤਰਜਾਮੀ, ਤੇ ਖੜ ਕੇ ਹੱਥ ਜੋੜ ਕੇ ਅਰਦਾਸ ਕਰਦੇ ਨੇ ਵੀ ਹੋਏ ਅੰਤਰਜਾਮੀ, ਘਟ ਘਟ ਦੇ ਜਾਣਨ ਵਾਲਿਆ, ਮੇਰੇ ਤੇ ਕਿਰਪਾ ਕਰ, ਮੈਨੂੰ ਹੁਣ ਬਖਸ਼ ਲਾ, ਬਖਸ਼ ਲਾ, ਬਖਸ਼ ਲਾ। गौड़ी महला पंजवा, प्रभ के चरण मन माहे ध्यान, सगल तीर्थ मज्जन स्नान। ਉਹ ਪ੍ਰਭੂ ਦੇ ਚਰਨ, ਪ੍ਰਭੂ ਦਾ ਸ਼ਬਦ, ਪ੍ਰਭੂ ਦੀ ਬੰਦਗੀ, ਭਗਤੀ ਔਰ ਪ੍ਰਭੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਗਿਆਨ, ਉਸ ਨੂੰ ਮਨ ਦੇ ਵਿੱਚ ਵਸਾ ਤੇ ਉਹਦੇ ਨਾਲ ਆਪਣੇ ਧਿਆਨ ਨੂੰ ਜੋੜ, ਸੁਰਤੀ ਉਹਦੇ ਨਾਲ ਜੋੜ, ਇੱਕ ਨਾ ਤੇਰੀ ਸੁਰਤ ਜੁੜ ਜਾਵੇ। ਸਗਲ ਤੀਰਥ ਮੱਜੇ ਨੇ ਇਸ਼ਨਾਨ, ਸਾਰੇ ਤੀਰਥ ਸੰਸਾਰ ਦੇ ਉੱਤੇ ਨੇ, ਉਹਨਾਂ ਸਾਰਿਆਂ ਦਾ ਇਸ਼ਨਾਨ ਦਾ ਫਲ ਤੈਨੂੰ ਨਿਰੰਕਾਰ ਜੀ ਘਰ ਬੈਠੇ ਨੂੰ ਹੀ ਦੇ ਦੇਣਗੇ। ਹਰ ਦਿਨ ਹਰ ਸਿਮਰਨ ਮੇਰੇ ਪਾਈ, ਕੋਟ ਜਨਮ ਕੀ ਮਲ ਲਹਿ ਜਾਈ। ਹਰ ਦਿਨ ਹਰ ਰੋਜ਼ ਉਸ ਆਪਣਾ ਨਿਯਮ ਬਣਾ ਲਾ, ਸਮਾਂ ਕੱਢ ਲਾ,
ਜਿੱਥੇ ਬਾਕੀ ਕਾਰਜਾਂ ਲਈ ਸਮਾਂ ਕੱਢਦਾ ਉੱਥੇ ਇਹ ਵੀ ਕਰ ਲਾ। ਕਹਿੰਦੇ ਹਰ ਦਿਨ ਹਰ ਸਿਮਰਨ ਮੇਰੇ ਭਾਈ, ਸਮਾਂ ਕੱਢ ਲਾ ਹਰ ਦਿਨ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਕਰਨ ਦਾ ਸਮਾਂ ਕੱਢ ਲਾ। ਇਹਦਾ ਸਭ ਤੋਂ ਪਹਿਲਾਂ ਮੁੱਢਲਾ ਨਿਯਮ ਆਪਣਾ ਬਣਾ ਲਾ। ਆਪ ਇਸ ਦੇ ਉੱਤੇ ਚੱਲ, ਇਸ ਮਨ ਨੂੰ ਸਮਝਾ ਵੀ ਆਪਾਂ ਸਭ ਤੋਂ ਪਹਿਲਾਂ ਜੋ ਗੁਰੂ ਜੀ ਵੀ ਕਹਿੰਦੇ ਨੇ ਆਪਾਂ ਨੂੰ, ਗੁਰ ਸਤਿਗੁਰ ਕਾ ਜੋ ਸੇਖਾ ਖਾਵੇ ਭਰ ਕੇ ਉਠ ਹਰ ਨਾਮ ਧਿਆਵੇ, ਇਹਨੂੰ ਨਿਯਮ ਬਣਾ ਲਾ। ਇਸ ਨੂੰ ਇੱਕ ਆਪਣੇ ਅੰਦਰ ਟਿਕਾ ਲਾ ਕਿ ਮੈਂ ਇਹ ਰੋਜ਼ ਕਰਨਾ ਹੀ ਕਰਨਾ। ਚਾਹੇ ਮਨ ਆਲਸ ਵੀ ਹੋਵੇ ਪਰ ਤੁਸੀਂ ਕੁੱਟ ਕੇ ਮਨ ਨੂੰ ਇੱਧਰ ਜੋੜ ਹੀ ਲੈਣਾ। ਕਹਿੰਦੇ ਜਦੋਂ ਤੂੰ ਇਸ ਤਰ੍ਹਾਂ ਇਹ ਨਿਯਮ ਬਣਾ ਕੇ ਇਹ ਕਾਨੂੰਨ ਆਪਣੇ ਉੱਤੇ ਲਾਗੂ ਕਰ ਲੇਗਾ, ਕੋਟ ਜਨਮ ਕੀ ਮਲ ਲਹਿ ਜਾਈ, ਨਿਰੰਕਾਰ ਤੇਰੇ ਤੇ ਕਿਰਪਾ ਕਰ ਦੇਣਾ। ਕੋਟਾਂ ਕਰੋੜਾਂ ਜਨਮਾਂ ਦੇ ਵਿੱਚ ਹੀ ਹੋ ਕੇ ਤੂੰ ਇਹ ਦੁਲੱਭ ਦੇ ਪਾਈ ਹੈ, ਤੇਰੀ ਸਾਰੀ ਮੈਲ ਖਤਮ ਕਰਕੇ ਤੈਨੂੰ ਪਵਿੱਤਰ ਕਰ ਦੇਣਗੇ। ਰਹਾਉ ਹਰ ਕੀ ਕਥਾ ਰਿਦ ਮਾਹੇ ਵਸਾਈ, ਮਨ ਬਾਸ਼ਤ ਸਗਲੇ ਫਲ ਪਾਈ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਥਾ ਗਿਆਨ ਉਹਨੂੰ ਹਿਰਦੇ ਦੇ ਵਿੱਚ ਜੀਵ ਨੇ ਵਸਾ ਲਿਆ। ਜਦੋਂ ਹਿਰਦੇ 'ਚ ਵਸਾ ਲਿਆ ਫਿਰ ਉਹ ਉਹਦੇ ਮਨ ਦੇ ਵਿੱਚ ਜਿਹੜਾ ਵੀ ਵਿਚਾਰ ਹੁੰਦਾ, ਜੋ ਵੀ ਵਸਤੂ ਨਿਰੰਕਾਰ ਤੋਂ ਮੰਗਣੀ ਚਾਹੁੰਦਾ, ਉਹ ਸਾਰੀ ਇੱਛਾ ਸਤਿਗੁਰੂ ਦੀਆਂ ਪ੍ਰਾਪਤ ਕਰ ਦਿੰਦੇ ਨੇ। ਪਰ ਖਿਆਲ ਕਰਿਓ ਇੱਛਾ ਉਹ ਹੀ ਪ੍ਰਾਪਤ ਕਰਨਗੇ, ਪੂਰੀਆਂ ਕਰਨਗੇ ਆਪ ਜੀ ਦੀਆਂ ਜਿਹੜੇ ਗੁਰਮਤ ਅਨੁਕੂਲ ਹੋਣਗੀਆਂ, ਜਿਹੜੀਆਂ ਪ੍ਰਮਾਤਮਾ ਨਾਲ ਜੋੜਨਗੇ, ਜਿਹੜੀਆਂ ਦੂਰ ਲੈ ਕੇ ਜਾਣਗੇ ਉਹਨਾਂ ਦੀ ਇੱਛਾ ਨਹੀਂ ਪੂਰੀ ਹੋਣੀ, ਭਾਵੇਂ ਜਿੰਨੇ ਮਰਜ਼ੀ ਹੀਲੇ ਵਸੀਲੇ ਕਰੀ ਚੱਲਿਓ। ਜੀਵਨ ਮਰਨ ਜਨਮ ਪਰਵਾਨ, ਜਾ ਕੇ ਹਿਰਦੇ ਵਸੇ ਭਗਵਾਨ। ਜਿਸ ਦੇ ਹਿਰਦੇ ਦੇ ਵਿੱਚ ਉਹ ਨਿਰੰਕਾਰ ਵਾਹਿਗੁਰੂ ਵਸ ਗਿਆ, ਉਹਦਾ ਸੰਸਾਰ ਦੇ ਉੱਤੇ ਜੀਵਨ ਜਿਹੜਾ ਹੈ ਉਹ ਆਇਆ ਹੋਇਆ, ਇੱਥੇ ਉਸ ਜੀਵ ਦਾ ਪ੍ਰਮਾਣ ਹੋ ਗਿਆ ਔਰ ਉਹ ਇਹ ਪੂਜਣ ਨੂੰ ਇੱਕ ਹੋ ਗਿਆ, ਪ੍ਰਵਾਨਿਕ ਹੋ ਗਿਆ। ਉਸ ਦੀ ਵਡਿਆਈ ਇੱਥੇ ਹੋਈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਜੀਵਨ ਪ੍ਰਵਾਨ ਕਰਕੇ ਉਸ ਜੀਵ ਨੂੰ ਸੋਭਾ ਵੀ ਦਿੰਦੇ ਹਨ। ਕਹੋ ਨਾਨਕ ਸਈ ਜਨ ਪੂਰੇ, ਜਿਨਾ ਪ੍ਰਾਪਤ ਸਾਧੂ ਤੂਰੇ। ਕਹਿੰਦੇ ਉਹਨਾਂ ਦੇ ਉੱਤੇ ਹੀ ਕਿਰਪਾ ਹੁੰਦੀ ਜਿਹੜੇ ਜਨ ਬਣਦੇ ਨੇ, ਜਿਹੜੇ ਪੁਰਸ਼ ਸਾਰੇ ਗੁਣਾਂ ਦੇ ਵਿੱਚ ਪੂਰੇ ਹੋ ਜਾਂਦੇ ਨੇ, ਤੇ ਉਹਨਾਂ ਨੂੰ ਹੀ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ ਔਰ ਉਹਨਾਂ ਨੂੰ ਹੀ ਉਹਦੇ ਬਖਸ਼ਿਆਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ। ਗੌੜੀ ਮਹਲਾ ਪੰਜਵਾਂ, ਖਾਂਦਾ ਪੈਨ ਦਾ ਮੂਕਰ ਪਾਏ, ਤਿਸਨੋ ਜੋ ਹੈ ਦੂਤ ਧਰਮ ਰਾਏ। ਜਿਹੜਾ ਸਾਨੂੰ ਖਾਣ ਨੂੰ ਤੇ ਪਹਿਨਣ ਦਿੰਦਾ ਹੈ ਉਹਨੂੰ ਅਸੀਂ ਭੁਲਾ ਕੇ ਬੈਠੇ ਹਾਂ। ਚੰਗੇ ਪਦਾਰਥ ਬੰਦਾ ਖਾਂਦਾ, ਚੰਗੇ ਕੱਪੜੇ ਪਹਿਨਦਾ, ਪਰ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਅਸੀਂ ਭੁਲਾ ਕੇ ਬੈਠੇ ਹਾਂ। ਮਨਮੁਖ ਬਣ ਗਏ, ਆਪਣੇ ਮਨ ਦੀ ਮਤ ਦੇ ਵਿੱਚ ਤੁਰ ਪਏ, ਭਰਮਾਂ 'ਚ ਫਸ ਗਏ। ਕਹਿੰਦੇ ਵੀ ਉਸ ਨੂੰ ਕੀ ਹੁੰਦਾ, ਧਰਮਰਾਜ ਜਿਹੜਾ, ਤਿਸ ਨੂੰ ਜੋ ਹੈ ਦੂਤ ਧਰਮ ਰਾਏ। ਉਸ ਦੇ ਜਿਹੜੇ ਦੂਤ ਨੇ ਨਾ, ਜਿਹੜੇ ਚਿੱਤਰ ਤੇ ਗੁਪਤ ਨੇ ਨਾ, ਧਰਮਰਾਜ ਦੇ ਦੂਤ, ਉਹ ਹਰ ਵੇਲੇ ਫਿਰ ਉਹਨੂੰ ਦੇਖਦੇ ਰਹਿੰਦੇ ਹਨ। ਤਿਸ ਸਿਉ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਪਰ ਮੈਂ ਬਹੁ ਜੂਨਾ। ਤੂੰ ਉਸ ਤੋਂ ਬੇਮੁਖ ਹੋ ਗਿਆ ਜਿਸ ਨੇ ਤੈਨੂੰ ਜਿਉ ਜਿੰਦ ਦਿੱਤੀ, ਜੀਵ ਦਿੱਤਾ, ਆਤਮਾ ਦਿੱਤੀ, ਇਹ ਪਿੰਡ ਦਿੱਤਾ, ਸਰੀਰ ਦਿੱਤਾ ਨਿਰੰਕਾਰ ਸੱਚੇ ਪਾਤਸ਼ਾਹ ਨੇ, ਔਰ ਇਹਦੀ ਪਾਲਣ ਪੋਸ਼ਣ ਵੀ ਉਹ ਕਰ ਰਿਹਾ ਹੈ। ਤੇ ਜੇ ਤੂੰ ਉਸ ਨੂੰ ਭੁੱਲ ਗਿਆ ਤੇ ਇਹ ਸੰਸਾਰੀ ਜੀਵ ਤੂੰ ਉਹਨੂੰ ਭੁੱਲ ਕੇ ਬੈਠਾ ਤੇ ਕੋਟ ਜਨਮ ਭਰਵੇਂ ਬਹੁ ਜਿਨ੍ਹਾਂ ਤੂੰ ਭਟਕਦਾ ਫਿਰੇਗਾ ਅਨੇਕਾਂ ਜੂਨਾਂ ਦੇ ਵਿੱਚ, 84 ਦੇ ਗੇਟ ਦੇ ਵਿੱਚ ਫਿਰ ਪੈ ਜਾਵੇਂਗਾ। ਜਨਮ ਮਰਨ ਦੇ ਚੱਕਰ ਦੇ ਵਿੱਚ ਤੇਰਾ ਆਉਣਾ ਜਾਣਾ ਬਣ ਜਾਵੇਗਾ। ਰਹਾਓ ਸਾਖਤ ਕੀ ਐਸੀ ਹੈ ਰੀਤ, ਜੋ ਕਿਛ ਕਰੇ ਸਗਲ ਵਿਪਰੀਤ। ਕਹਿੰਦੇ ਸਾਖਤ ਜਿਹੜੇ ਦੁਸ਼ਟ ਪੁਰਸ਼ ਹੁੰਦੇ ਨੇ ਉਹਨਾਂ ਦੀ ਇਹ ਰੀਤੀ ਹੈ, ਜੋ ਕੁਛ ਕਰੇ ਸਗਲ ਵਿਪਰੀਤ। ਜੋ ਵੀ ਉਹ ਕਰਦੇ ਨੇ, ਜਿਹੜਾ ਵੀ ਸੰਸਾਰ ਦੇ ਉੱਤੇ ਉਹ ਚਤਰਾਈਆਂ ਨਾਲ ਕੰਮ ਕਰਦੇ ਨੇ, ਉਹ ਪੁੱਠਾ ਪੈ ਜਾਂਦਾ, ਉਹ ਕੰਮ ਉਹਨਾਂ ਦਾ ਪੁੱਠਾ ਹੀ ਪੈ ਜਾਂਦਾ ਹੈ। ਤਾਂ ਹੀ ਕਹਿੰਦੇ ਨੇ ਨਾ ਵੀ ਆਹ ਬੜਾ ਮੰਦੇ ਭਾਗਾਂ ਵਾਲਾ ਸੋਨੇ ਨੂੰ ਹੱਥ ਲਾਉਂਦਾ ਮਿੱਟੀ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਗਿਆਨ ਦਿੰਦੇ ਨੇ ਵੀ ਤੂੰ ਖਿਆਲ ਕਰ, ਤੂੰ ਇਸ ਤਰ੍ਹਾਂ ਦਾ ਨਾ ਬਣ ਜਾਵੇਂ, ਤੂੰ ਤਾਂ ਇਸ ਤਰ੍ਹਾਂ ਹੋਵੇਂ ਤੇ ਮਿੱਟੀ ਨੂੰ ਹੱਥ ਲਾਵੇਂ ਸੋਨਾ ਬਣ ਜਾਵੇ। ਫਿਰ ਇਹ ਤੂੰ ਸਾਖਤ ਪੁਰਸ਼ ਨਾ ਬਣੇ, ਤੂੰ ਗੁਰਮੁਖ ਦਾ ਖਿਤਾਬ ਇਹਨੂੰ ਸੰਸਾਰ ਦੇ ਉੱਤੋਂ ਪਾ ਕੇ ਨਿਰੰਕਾਰ ਨੂੰ ਪ੍ਰਮਾਣ ਹੋ ਜਾਵੇਂ
ਪਰ ਜਿਹੜੇ ਇਸ ਤਰ੍ਹਾਂ ਦੇ ਨੇ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਤੇ ਵੀ ਢੋਈ ਨਹੀਂ ਪਾਈ ਦਿੰਦੇ, ਕਿਤੇ ਵੀ ਢੋਈ ਨਹੀਂ ਦਿੰਦੇ। ਜਿਉ ਪ੍ਰਾਣ ਜਿਨ ਮਨ ਤਨ ਤਾਰਿਆ, ਸੋਈ ਠਾਕੁਰ ਮਨੋ ਵਿਸਾਰਿਆ। ਜਿਸ ਨੇ ਇਸ ਚੀਜ਼ ਨੂੰ ਅਨੁਭਵ ਕਰ ਲਿਆ ਵੀ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਮੇਰੇ ਜੀ ਦਾ, ਮੇਰੇ ਪ੍ਰਾਣਾਂ ਦਾ, ਮੇਰੇ ਤਨ ਦਾ ਮਾਲਕ ਹੈ, ਉਸ ਨੇ ਆਪਣੀ ਮਰਿਆਦਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੱਖਿਆ ਹੋਇਆ ਹੈ। ਸੋਈ ਠਾਕੁਰ ਮਨੋ ਵਿਸਾਰਿਆ। ਤੇ ਇਸ ਕਈ ਵਾਰ ਕੀ ਹੁੰਦਾ ਹੈ, ਜਿਹੜਾ ਮਨਮੁਖ ਹੁੰਦਾ ਹੈ, ਜਿਹੜਾ ਸਾਰੀਆਂ ਚੀਜ਼ਾਂ ਨੂੰ ਮਰਿਆਦਾ ਦੇ ਵਿੱਚ ਰੱਖਣ ਵਾਲਾ ਪ੍ਰੀਤਮਾ, ਉਹਨੂੰ ਮਨ ਤੋਂ ਭੁਲਾ ਕੇ ਬਹਿ ਜਾਂਦਾ ਹੈ। ਉਸ ਨੂੰ ਜਦੋਂ ਮਨ ਤੋਂ ਭੁਲਾ ਕੇ ਬਹਿ ਜਾਂਦਾ ਫਿਰ ਸਮਝ ਲਓ ਵੀ ਉਹਨੂੰ ਕੀ ਆਖਾਂਗੇ, ਤ੍ਰਿਗ ਆਖਾਂਗੇ ਆਪਾਂ। ਬਦੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ। ਸਤਿਗੁਰ ਜੀ ਕਹਿੰਦੇ ਨੇ ਉਹਦੇ ਦੇ ਜਿਹੜੇ ਵਿਕਾਰ ਨੇ, ਪਾਪ ਨੇ, ਇੰਨੇ ਵੱਧ ਜਾਂਦੇ ਨੇ ਕਿ ਚਿੱਤਰ ਗੁਪਤ ਜਿਹੜੇ ਕਾਗਜ਼ ਦੇ ਉੱਤੇ ਲਿਖ ਜਾਂਦੇ ਉਹ ਕਾਗਜ਼ ਖਤਮ ਹੋ ਜਾਂਦਾ। ਇੱਥੇ ਬਹੁ ਕਾਗਰ, ਕਾਗਜ਼ ਖਤਮ ਹੋ ਜਾਂਦਾ। ਚਿੱਤਰ ਗੁਪਤ ਉਹਦੇ ਪਾਪ ਲਿਖਦੇ ਲਿਖਦੇ ਉਹਦੇ ਪਾਪ ਇੰਨੇ ਵੱਧ ਜਾਂਦੇ ਨੇ। ਪਰ ਕਹਿੰਦੇ ਜੀ ਇਦਾਂ ਦਾ ਵੀ ਜਿਹੜਾ ਮਨਮੁਖ ਜੀਵ ਹੈ, ਤ੍ਰਿਗ ਸੰਸਾਰ ਦੇ ਉੱਤੇ ਆਇਆ ਹੋਇਆ ਜਿਹੜਾ ਜੀਵ ਹੈ, ਜੇ ਕਿਤੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਜਾਵੇ, ਨਿਰੰਕਾਰ ਸੱਚੇ ਪਾਤਸ਼ਾਹ ਨੇ ਵੀ ਉਹਨੂੰ ਵੀ ਸੁੱਖਾਂ ਦੇ ਖਜ਼ਾਨਿਆਂ ਦੇ ਵਿੱਚੋਂ ਕਿਰਪਾ ਕਰਕੇ ਸੁੱਖ ਦੇ ਦਿੰਦੇ ਹਨ। ਪਾਰ ਬ੍ਰਹਮ ਤੇਰੀ ਸਰਣਾਏ, ਬੰਧਨ ਕਾਟ ਤਰੈ ਹਰ ਨਾਏ। ਇਸ ਤਰ੍ਹਾਂ ਦੇ ਪਾਪੀ ਪੁਰਸ਼ ਜਦੋਂ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਨਾ, ਔਰ ਇਹਨੂੰ ਚੀਜ਼ ਨੂੰ ਮਹਿਸੂਸ ਕਰ ਲੈਂਦੇ ਨੇ, ਅਹਿਸਾਸ ਕਰ ਲੈਂਦੇ ਨੇ ਵੀ ਅਸੀਂ ਬਹੁਤ ਵੱਡੇ ਪਾਪੀ ਹਾਂ, ਆਪਣੇ ਪਾਪਾਂ ਦਾ ਚਿੱਠਾ ਨਿਰੰਕਾਰ ਦੇ ਚਰਨਾਂ ਦੇ ਵਿੱਚ ਰੱਖ ਦਿੰਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਸਾਰੇ ਬੰਧਨਾਂ ਤੋਂ ਉਹਨੂੰ ਵੀ ਮੁਕਤ ਕਰ ਲੈਂਦੇ ਨੇ। ਏਡੇ ਦਿਆਲੂ ਨੇ, ਮਿਹਰਬਾਨ ਨਿਰੰਕਾਰ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਫਿਰ ਕੀ ਕਹਿੰਦੇ ਨੇ, ਇਹ ਸਾਰੇ ਜਮਾਂ ਦੇ ਬੰਧਨ ਕੱਟ ਦਿੰਦੇ ਨੇ ਤੇ ਇਹ ਸਮੁੰਦਰ ਭਵ ਸਾਗਰ ਤੋਂ ਉਹਨੂੰ ਪਾਰ ਕਰ ਦਿੰਦੇ ਹਨ। ਰਹਾਉ ਦੂਜਾ ਗੌੜੀ ਮਹਲਾ ਪੰਜਵਾਂ, ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਬੜੇ ਸੰਸਾਰ ਤੇ ਤੁਹਾਨੂੰ ਲੋਕ ਮਿਲਣਗੇ ਜਿਹੜੇ ਕਿ ਆਪਣੇ ਲੋਭ ਦੀ ਖਾਤਰ, ਆਪਣੀ ਲੋਭ ਦੀ ਖਾਤਰ ਉਹ ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾ ਲੈਂਦੇ ਨੇ। ਜਾਂਦੇ ਨੇ ਸਤਿਗੁਰ ਦੀ ਹਜ਼ੂਰੀ ਦੇ ਵਿੱਚ, ਕੋਈ ਨਾ ਕੋਈ ਉਹ ਦਾਤ ਮੰਗਣਗੇ ਜਿਹੜੀ ਦਾਤ ਖਾਕ ਹੈ, ਮਿੱਟੀ ਹੈ, ਮਿੱਥ ਹੈ। ਪਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਚੀਜ਼ ਨੂੰ ਦੇਖ ਲੈਂਦੇ ਨੇ ਵੀ ਮੇਰੇ ਕੋਲ ਆਇਆ ਚੱਲ ਕੇ ਇਹ, ਹੁਣ ਜੇ ਮੈਂ ਇਹਨੂੰ ਖਾਲੀ ਮੋੜ ਦਿੱਤਾ ਇਹ ਭਟਕਣਾ ਦੇ ਵਿੱਚ ਪੈ ਜਾਊ, ਇਹ ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਜਾ ਕੇ ਟੂੜੇ ਟੱਪਣੇ ਕਰੋਨਾ ਜੰਤਰ ਮੰਤਰ ਤੰਤਰ ਦੇ ਵਿੱਚ ਫਸ ਜਾਏਗਾ। ਤੇ ਸਤਿਗੁਰ ਕੀ ਕਰਦੇ ਨੇ, ਸਗਲ ਮਨੋਰਥ ਮੁਕਤ ਪਦ ਦੀਤ, ਉਹਨੂੰ ਸਾਰੇ ਜਿਹੜੇ ਪਦਾਰਥ ਉਹ ਮੰਗਦਾ ਦੇ ਦਿੰਦੇ ਹਨ। ਐਸਾ ਮੀਤ ਕਰੋ ਸਭ ਕੋਏ, ਜਾਂ ਤੇ ਬਿਰਥਾ ਕੋਈ ਨਾ ਹੋਏ। ਇਸ ਸੰਸਾਰ ਦੇ ਜੀਵੋ ਇਸ ਤਰ੍ਹਾਂ ਦਾ ਮਿੱਤਰ ਬਣਾਓ, ਇਸ ਤਰ੍ਹਾਂ ਦਾ ਮਿੱਤਰ। ਹੁਣ ਜਿਹੜੀ ਗੱਲ ਆਪਾਂ ਉੱਪਰ ਕਹਿ ਕੇ ਆਏ ਆ ਵੀ ਕੋਈ ਭਾਵੇਂ ਲੋਭ ਦੀ ਖਾਤਰ ਉਹਨੂੰ ਮਿੱਤਰ ਬਣਾ ਲੈਂਦਾ, ਪਰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਨੂੰ ਵੀ ਖਾਲੀ ਨਹੀਂ ਜਾਣ ਦਿੰਦੇ। ਬਾਅਦ ਦੇ ਵਿੱਚ ਜਾ ਕੇ ਪਰਲੋਕ 'ਚ ਜੋ ਹੁੰਦਾ ਬਾਅਦ 'ਚ ਦੇਖਿਆ ਜਾਊਗਾ, ਪਰ ਇੱਥੇ ਨਹੀਂ ਉਹ ਖਾਲੀ ਜਾਣ ਦਿੰਦੇ। ਤੇ ਕਹਿੰਦੇ ਉਹ ਉਸ ਤਰ੍ਹਾਂ ਦਾ ਮਿੱਤਰ ਬਣਾ ਆਪਣਾ। ਇਸ ਤਰ੍ਹਾਂ ਦਾ ਮਿੱਤਰ ਜਿਸ ਵੇਲੇ ਤੂੰ ਬਣਾ ਲਵੇਂਗਾ, ਸਾਰੇ ਸੰਸਾਰ ਦੇ ਲੋਕੋ ਇਸ ਤਰ੍ਹਾਂ ਦਾ ਮਿੱਤਰ ਬਣਾਓ ਜਿਹਦੇ ਕੋਲੋਂ ਕੋਈ ਖਾਲੀ ਜਾਂਦਾ ਹੀ ਨਹੀਂ, ਜਾਂ ਤੇ ਵਿਰਥਾ ਕੋਈ ਨਾ ਹੋਏ, ਜਿਹਦੇ ਕੋਲੋਂ ਕੋਈ ਵਿਰਥਾ ਖਾਲੀ ਜਾਂਦਾ ਹੀ ਨਹੀਂ। ਰਹਾਓ ਆਪਣੇ ਸੁਆਏ ਹਿਰਦੇ ਲੈ ਤਾਰਿਆ, ਦੁੱਖ ਦਰਦ ਰੋਗ ਸਗਲ ਬਿਦਾਰਿਆ। ਆਪਣੇ ਸਵਾਰਥ ਨੂੰ ਪੂਰਾ ਕਰਨ ਵਾਸਤੇ ਪ੍ਰਮਾਤਮਾ ਦਾ ਨਾਮ ਵੀ ਬੜਾ ਜਪਦਾ। ਚਿੱਤਾ ਮੈਂ ਬਹੁਤ ਪੁਰਾਣੀ ਪਹਿਲਾਂ ਕਰੀ ਲੋਟਰੀ ਦੀ ਗੱਲ ਤੁਹਾਨੂੰ ਸੁਣਾਈ ਸੀ ਵੀ ਇੱਕ ਬੰਦਾ ਮੈਨੂੰ ਮਿਲਿਆ ਜਿੱਥੇ 48 ਘੰਟੇ ਸਿਮਰਨ ਕਰਦੇ ਹੁੰਦੇ ਸੀ। ਉਹਨੂੰ ਮਾਣ ਵਾਲਾ ਜਾਂ ਉਹਨੂੰ ਦੁਬਾਰਾ ਚੇਤਾ ਕਰ ਲਿਓ ਵੀ ਕਿਹੜੀ ਗੱਲ ਤੁਹਾਨੂੰ ਸੁਣਾਈ ਸੀ, ਤੇ ਗਾਂ ਜਾ ਕੇ ਇੱਕ ਵਾਰੀ ਫੇਰ ਸਾਹਿਬ ਜੀ ਨੂੰ ਸੁਣਾ ਦੇਵਾਂਗੇ। ਤੇ ਉਹ ਕਹਿੰਦਾ ਵੀ ਮੈਂ ਤਾਂ ਵਾਹਿਗੁਰੂ ਦੀ ਬੰਦਗੀ ਇਸੇ ਕਰਕੇ ਕਰਦਾ ਹਾਂ। ਤੇ ਨਾਰੰਕਾਰ ਇੱਥੇ ਕਹਿੰਦੇ ਨੇ ਵੀ ਆਪਣੇ ਸਵਾਰਥ ਵਾਸਤੇ ਉਹ ਜਿਹੜਾ ਜੀਵ ਭਾਵੇਂ ਪ੍ਰਮਾਤਮਾ ਦੀ ਬੰਦਗੀ ਕਰ ਰਿਹਾ ਹੈ, ਪਰ ਦੁੱਖ ਦਰਦ ਰੋਗ ਸਗਲ ਵਿਦਾਰਿਆ, ਸਤਿਗੁਰ ਜੀ ਉਹਦੇ ਵੀ ਸਾਰੇ
ਜਿਹੜੇ ਪਾਪ ਨੇ, ਦੁੱਖ ਨੇ, ਰੋਗ ਨੇ, ਸਾਰਿਆਂ ਦਾ ਨਾਸ਼ ਕਰ ਦਿੰਦੇ ਹਨ। ਰਸਨਾ ਗੀਤੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ। ਜਿਸ ਦੀ ਜੀਵ ਫਿਰ ਉਹ ਪ੍ਰਮਾਤਮਾ ਰਾਮ ਦੇ ਨਾਮ ਨੂੰ ਜਪੀ ਜਾਂਦੀ ਹੈ, ਭਾਵੇਂ ਸਵਾਰਥਾਂ ਦੇ ਕਰਕੇ ਹੀ ਜਪਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰ ਦਿੰਦੇ ਹਨ। ਅਨੇਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ। ਕਹਿੰਦੇ ਮੈਂ ਨਿਰੰਕਾਰ ਜੀ ਕਹਿੰਦੇ ਨੇ ਮੈਂ ਉਸ ਵਾਹਿਗੁਰੂ ਪ੍ਰਮਾਤਮਾ ਤੋਂ ਬਲਿਹਾਰੇ ਜਾਵਾਂ, ਭਾਵੇਂ ਆਪ ਸਭ ਕੁਝ ਹਨ ਪਰ ਸਰਗੁਣ ਸਰੂਪ ਦੇ ਵਿੱਚ ਰਹਿੰਦੇ ਹੋਏ ਦੇਖੋ ਸਾਡੇ ਵਾਂਗੂ ਮਨੁੱਖਾਂ ਵਾਂਗੂ ਅਰਦਾਸਾਂ ਕਰਦੇ ਨੇ, ਵਾਹ ਮੇਰੇ ਮਾਲਕਾ ਤੇਰੀ ਲੀਲਾ ਬੜੀ ਨਿਆਰੀ ਆ, ਤੇਰੇ ਗੁਣ ਕੋਈ ਨਹੀਂ ਪਹਿਚਾਨ ਸਕਦਾ, ਤੂੰ ਤਾਂ ਬੇਅੰਤ ਅਚਰਜ ਬਿਸਮਾਦ ਰੂਪ ਦੇ ਵਿੱਚ ਜੀਵ ਨੂੰ ਲੈ ਜਾਣਾ। ਜਦੋਂ ਜਿਸਲੇ ਇਹ ਸੋਚ ਪੈਂਦੀ ਆ, ਨਿਰੰਕਾਰ ਜੀ ਆਪਣੇ ਆਪ ਨੂੰ ਕਿਸ ਰੂਪ ਦੇ ਵਿੱਚ ਗਿਆਨ ਦਿੰਦੇ ਨੇ। ਕਹਿੰਦੇ ਸਫਲ ਦਰਸ਼ਨ ਗੋਬਿੰਦ ਹਮਾਰਾ, ਜਦੋਂ ਕਹਿੰਦੇ ਵੀ ਮੈਂ ਉਸ ਜੀਵ ਤੋਂ, ਉਸ ਅਕਾਲ ਪੁਰਖ ਤੋਂ ਬਲਿਹਾਰੇ ਜਾਵਾਂ ਜਿਹੜਾ ਜੁੜਿਆ ਹੋਇਆ ਹੈ, ਜਾਂ ਜਿਹਨੇ ਅਕਾਲ ਪੁਰਖ ਦੇ ਵਿੱਚ ਜਿਹੜਾ ਅਭੇਦ ਹੋ ਗਿਆ। ਕਹਿੰਦੇ ਵੀ ਹੁਣ ਸਾਡੇ ਤੇ ਵੀ ਨਿਰੰਕਾਰ ਨੇ ਕਿਰਪਾ ਕਰ ਦਿੱਤੀ, ਮੈਨੂੰ ਸਾਰੇ ਉੱਤਮ ਫਲਾਂ ਦੇ ਵਿੱਚੋਂ ਦਰਸ਼ਨ ਦਾ ਫਲ ਬਖਸ਼ਿਸ਼ ਕਰ ਦਿੱਤਾ। ਗੌੜੀ ਮਹਲਾ ਪੰਜਵਾਂ ਕੋਟ ਬਿਗਨ ਹਿਰੇ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ। ਕਹਿੰਦੇ ਉਹ ਜੀਵ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਥਾ ਹੀ ਸੁਣ ਰਿਹਾ, ਗਿਆਨ ਹੀ ਸੁਣ ਰਿਹਾ, ਸੁਣ ਕੇ ਉਸ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ। ਕਹਿੰਦੇ ਅਨੇਕਾਂ ਕਰੋੜਾਂ ਤਰ੍ਹਾਂ ਦੇ ਜਿਹੜੇ ਵਿਘਨ ਨੇ, ਪਾਪ ਨੇ, ਜਾਂ ਜਿਹੜੀਆਂ ਚਿੰਤਾ ਦੇ ਰੋਗ ਨੇ, ਨਿਰੰਕਾਰ ਸੱਚੇ ਪਾਤਸ਼ਾਹ ਜੀ ਖਤਮ ਕਰ ਦਿੰਦੇ ਹਨ। ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ। ਜਦੋਂ ਉਹ ਪ੍ਰੀਤਮ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਰਸ ਪੀਣ ਲੱਗ ਪੈਂਦੇ ਨੇ, ਗੁਣਾਂ ਦੇ ਖਜ਼ਾਨੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ, ਨਿਰੰਕਾਰ ਦੇ ਗੁਣਾਂ ਦੇ ਖਜ਼ਾਨਿਆਂ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਨੇ ਗੁਣਾਂ ਨੂੰ। ਕਹਿੰਦੇ ਜਪ ਹਰ ਚਰਨ ਮਿਟੀ ਖੁਦ ਤਾਸ, ਕਹਿੰਦੇ ਉਹਨਾਂ ਦੀਆਂ ਸਾਰੀਆਂ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ। ਕਦੋਂ? ਜਦੋਂ ਉਹ ਪ੍ਰੀਤਮ ਦੇ ਨਾਮ ਦੇ ਨਾਲ ਇੱਕ ਚਿੱਤ, ਇੱਕ ਮਨ ਹੋ ਕੇ ਜੁੜ ਗਏ। ਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੈ ਹਿਰਦੈ ਵਸ ਹੈ ਭਗਵਾਨ। ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਆਣ ਕੇ ਵਸ ਗਿਆ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਨੂੰ ਸਾਰੀਆਂ ਮੁਕਤੀਆਂ ਦੇ ਦਿੰਦੇ ਨੇ, ਸਾਰੀਆਂ ਮੁਕਤੀਆਂ ਦੇ ਖਜ਼ਾਨੇ, ਤੇ ਨਾਲ ਕੀ ਕਹਿੰਦੇ ਨੇ ਉਸ ਨੂੰ ਮੁਕਤੀਆਂ ਦੇ ਤੇ ਸੁੱਖਾਂ ਦੇ ਖਜ਼ਾਨੇ ਵਾਹਿਗੁਰੂ ਜੀ ਬਖਸ਼ ਕਰ ਦਿੰਦੇ ਨੇ, ਜਿਹਦੇ ਹਿਰਦੇ ਦੇ ਵਿੱਚ ਆਣ ਕੇ ਨਿਰੰਕਾਰ ਜੀ ਟਿਕ ਗਏ। ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਹਿਰਦੇ ਮਹਤਾਰ। ਸਤਿਗੁਰ ਜੀ ਜੇ ਸਿਰਫ ਸੰਗਤ ਨੂੰ ਇੰਨਾ ਕੁਝ ਪ੍ਰਮਾਤਮਾ ਬਾਰੇ ਦੱਸਦੇ ਨੇ, ਨਾਲ ਇਹ ਵੀ ਫਿਰ ਦੱਸ ਦਿੰਦੇ ਨੇ, ਕਹਿੰਦੇ ਦੇਖੋ ਭਾਈ ਜਿਹੜੇ ਤੂੰ ਮੰਤਰ ਤੰਤਰਾਂ ਤੇ ਜਿਹੜੇ ਜੰਤਰ ਮੰਤਰ ਤੰਤਰਾਂ ਨੂੰ ਤੂੰ ਦਵਾਈਆਂ ਬਣਾ ਕੇ ਸਮਝਣਾ, ਸਾਰੀਆਂ ਤਿਆਗ ਦੇ। ਔਖਦ ਕਹਿੰਦੇ ਨੇ ਰੋਗਾਂ ਦੀ ਦਵਾਈ ਨੂੰ, ਕਹਿੰਦੇ ਵੀ ਜਿਹੜੇ ਇਹ ਤੇਰੇ ਰੋਗ ਨੇ ਉਹਨਾਂ ਦੀ ਜਿਹੜੀ ਦਵਾਈ ਤੂੰ ਜੰਤਰਾਂ ਮੰਤਰਾਂ ਦੇ ਨਾਲ ਲੈਂਦਾ, ਸਾਰਿਆਂ ਨੂੰ ਖਤਮ ਕਰ ਦੇ, ਸ਼ਾਦ ਸਵ ਰੂਪ ਜਾਣ ਦੇ, ਤੇ ਕਰਨੇ ਹਾਰ ਨਿਰੰਕਾਰ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਾ, ਟਿਕਾ ਲਾ, ਉਸ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਅਡੋਲਤਾ ਦੇ ਵਿੱਚ ਆ ਜਾ। ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੁ ਨਾਨਕ ਅਟਲ ਇਹੋ ਧਰਮ। ਸਾਰੇ ਭਰਮਾਂ ਨੂੰ ਖਤਮ ਕਰਕੇ ਪਾਰ ਬ੍ਰਹਮ ਨਿਰੰਕਾਰ ਦੀ ਬੰਦਗੀ ਦੇ ਵਿੱਚ ਜੁੜ ਜਾ, ਉਸ ਦਾ ਭਜਨ ਕਰ, ਉਸ ਦੇ ਨਾਮ ਦੇ ਨਾਲ ਜੁੜ, ਕਹੁ ਨਾਨਕ ਅਟਲ ਇਹੋ ਧਰਮ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਸਭ ਤੋਂ ਉੱਚਾ ਤੇ ਸੁੱਚਾ ਅਟਲ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਫੈਸਲਾ ਹੈ ਵੀ ਇਹੀ ਧਰਮ ਹੈ। ਜੜ ਕੇ ਧਰਮ ਦਾ ਮਤਲਬ ਆਪਾਂ ਜਿਹੜਾ ਕੰਮ ਕਰਨਾ, ਕਿਉਂਕਿ ਕਹਿੰਦੇ ਨਾ ਵੀ ਧਰਮ ਨਾਲ ਮੈਂ ਆਹ ਕੰਮ ਰੋਜ਼ ਹੀ ਕਰਿਆ ਕਰਨਾ। ਹੁਣ ਧਰਮ ਤਾਂ ਇੱਕ ਆਪਾਂ ਜਾਣ ਕੇ ਆੜ ਲੈਣੇ ਨੇ, ਸਹਾਰਾ ਲੈਣੇ ਨੇ ਧਰਮ ਦਾ, ਤੇ ਪਰ ਕਹਿੰਦੇ ਆਪਾਂ ਆਹ ਕੰਮ ਜਿਹੜਾ ਨਾ ਰੋਜ਼ ਹੀ ਕਰਿਆ ਕਰਨਾ। ਭਾਈ ਆਪਾਂ ਹੌਲੀ ਹੌਲੀ ਜਿਹੜੇ ਪਾਪ ਨੇ, ਵਿਕਾਰ ਨੇ, ਇਹਨਾਂ ਨੂੰ ਛੱਡਦੇ ਜਾਣਾ। ਅੱਜ ਆਹ ਛੱਡ ਦੇਣਾ, ਕੱਲ ਨੂੰ ਆਹ ਛੱਡਣਾ, ਇਹ ਮੈਂ ਧਰਮ ਜਿਹੜੀ ਕਸਮ ਖਾਨਾ ਕਹਿ ਦੇਣਾ। ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਦਾ ਕਸਮ ਆਪਣੇ ਹਿਰਦੇ ਵਿੱਚ ਟਿਕਾ ਲਾ ਕਿ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ, ਉਸ ਨੂੰ ਹਿਰਦੇ ਦੇ ਵਿੱਚ ਧਾਰਨਾ ਤੇ ਉਹਦੇ ਮੰਤਰ ਦੇ ਨਾਲ ਰੋਜ਼ ਹੀ ਜੁੜਨਾ ਹੈ। ਗੌੜੀ ਮਹਲਾ ਪੰਜਵਾਂ
ਕਰ ਕਿਰਪਾ ਪੇਟੇ ਗੁਰ ਸੋਈ, ਤਿਤ ਬਲ ਰੋਗ ਨ ਵਿਆਪੈ ਕੋਈ। ਜਿਹਦੇ ਉੱਤੇ ਕਿਰਪਾ ਕਰਦਾ ਨਿਰੰਕਾਰ ਵਾਹਿਗੁਰੂ ਜੀ, ਜਿਹੜਾ ਹਰ ਵੇਲੇ ਜੁੜਦਾ ਪ੍ਰਮਾਤਮਾ ਦੇ ਨਾਲ ਸੁਚੇਤ ਹੋ ਗਿਆ, ਕਹਿੰਦੇ ਤਿਤ ਬਲ ਰੋਗ ਨਾ ਵਿਆਪੇ ਕੋਈ, ਕੋਈ ਵੱਡੇ ਤੋਂ ਵੱਡਾ ਰੋਗ ਵੀ ਉਹਦੇ ਵੱਲ ਨਹੀਂ ਜਾ ਸਕਦਾ। ਰਾਮ ਰਮਣ ਤਰਣ ਪੈ ਸਾਗਰ, ਸਰਣ ਸੂਰ ਫਾਰੇ ਜਮ ਕਾਗਰ। ਜਿਹੜੇ ਸਾਰਿਆਂ ਦੇ ਵਿੱਚ ਰਮੇ ਹੋਏ ਰਾਮ ਦੀ ਬੰਦਗੀ ਕਰਦੇ ਨੇ, ਉਹ ਇਹ ਭਾਇ ਸਾਗਰ ਨੂੰ, ਇਹ ਜਿਹੜਾ ਡਰ ਦਾ ਸਾਗਰ ਸੰਸਾਰ ਹੈ, ਇਹਦੇ ਕੋਲੋਂ ਤਰ ਜਾਂਦੇ ਹਨ। ਸਰਨ ਸੂਰ ਫਾਰੇ ਜਮ ਕਾਗਰ, ਕਹਿੰਦੇ ਇੱਥੇ ਤੱਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਿਸ ਵੇਲੇ ਜੀਵ ਨਾਮ ਦੇ ਜਹਾਜ਼ ਦੇ ਉੱਤੇ ਚੜ ਕੇ ਭਵ ਸਾਗਰ ਨੂੰ ਪਾਰ ਕਰ ਲੈਂਦਾ, ਸਤਿਗੁਰ ਦੀ ਸ਼ਰਨ ਦੇ ਵਿੱਚ ਚਲ ਜਾਂਦਾ, ਉੱਥੇ ਸਾਰੇ ਜਿਹੜੇ ਜਮ ਕਾਗਰ, ਜਿਹੜੇ ਕਾਗਜ਼ ਨੇ ਜਿਨ੍ਹਾਂ ਦੇ ਉੱਤੇ ਜੋ ਲੇਖ ਲਿਖੇ ਹੁੰਦੇ ਨੇ ਨਿਰੰਕਾਰ, ਉਹ ਸਾਰੇ ਪਾੜ ਦਿੰਦੇ ਨੇ ਜਮਾ ਵਾਲੇ। ਰਹਾਉ ਸਤਿਗੁਰ ਮੰਤਰ ਦਿਓ ਹਰ ਨਾਮ, ਇਹ ਆਸਰ ਪੂਰਨ ਪਏ ਕਾਮ। ਨਿਰੰਕਾਰ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ, ਮੈਨੂੰ ਹਰੀ ਦਾ ਉਪਦੇਸ਼, ਉਹ ਨਾਮ ਮੇਰੇ ਅੰਦਰ ਪ੍ਰਗਟ ਹੋ ਗਿਆ ਉਹਦੀ ਕਿਰਪਾ ਦੇ ਨਾਲ। ਇਹ ਆਸਰ ਪੂਰਨ ਪਏ ਕਾਮ, ਆਸਰ ਕਹਿੰਦੇ ਨੇ ਸਹਾਰੇ ਨੂੰ, ਆਸਰੇ ਨੂੰ। ਇਹਦੇ ਨਾਮ ਦੇ ਆਸਰੇ ਦੇ ਨਾਲ ਮੇਰੇ ਸਾਰੇ ਕੰਮ ਪੂਰਨ ਹੋ ਗਏ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਪਏ ਸਹਾਈ। ਜੋ ਫਿਰ ਉਹ ਜਿਹੜਾ ਜੀਵ ਹੁੰਦਾ ਹੈ ਜਿਹਦੇ ਉੱਤੇ ਨਿਰੰਕਾਰ ਕਿਰਪਾ ਕਰਦੇ ਨੇ, ਉਹ ਜਪ ਦੇ ਵਿੱਚ ਵੀ ਪੂਰਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਹਾਇਤਾ ਕਰਦੇ ਹੋਣ ਦੀ, ਤਪ ਦੇ ਵਿੱਚ ਵੀ ਉਹ ਪੱਕਾ ਰਹਿੰਦਾ ਹੈ, ਸੰਜਮ ਇੰਦਰੀਆਂ ਦੇ ਦਮਨ ਨੂੰ ਸਾਰਿਆਂ ਵੱਲੋਂ ਰੋਕ ਕੇ ਰੱਖਦਾ ਹੈ। ਪੂਰੀ ਵਡਿਆਈ ਨਿਰੰਕਾਰ ਜੀ ਸੰਸਾਰ ਦੇ ਉੱਤੇ ਉਹਨੂੰ ਦਿੰਦੇ ਨੇ। ਗੁਰ ਕਿਰਪਾਲ ਹਰ ਭੈ ਸਹਾਈ, ਜਦੋਂ ਗੁਰੂ ਨਿਰੰਕਾਰ ਆਪਣੇ ਪਿਆਰੇ ਦੇ ਉੱਤੇ ਕਿਰਪਾ ਕਰ ਦਿੰਦੇ ਨੇ, ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦੀ ਨਗਰ ਦੇ ਨਾਲ ਦੇਖ ਲੈਂਦੇ ਹਨ। ਮਾਨ ਮੋਖ ਹੋਏ ਗੁਰ ਭਰਮ, ਪੇਖ ਨਾਨਕ ਪਸਰੇ ਪਾਰ ਬ੍ਰਹਮ। ਜਿਸ ਲਈ ਅਸੀਂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਇਹਨਾਂ ਨੇਤਰਾਂ ਦੇ ਨਾਲ ਗੁਰੂ ਜੀ ਕਿਰਪਾ ਕਰਕੇ ਸਾਨੂੰ ਦਰਸ਼ਨ ਦੇ ਦਿੰਦੇ ਨੇ। ਕਹਿੰਦੇ ਉਸ ਵੇਲੇ ਮਾਨ, ਜਿਹੜੀ ਮਾਨ ਦਾ ਮਤਲਬ ਹੁੰਦਾ ਹੰਕਾਰ, ਮਾਣ ਹੋ ਜਾਣਾ ਕਿਸੇ ਚੀਜ਼ ਦੇ ਉੱਤੇ, ਤੇ ਕਹਿੰਦੇ ਜਿਹੜੇ ਮੋਹ ਹੈ ਔਰ ਇਹ ਸਾਰੇ ਭਰਮ ਦੂਰ ਕਰ ਦਿੰਦੇ ਨਿਰੰਕਾਰ ਜੀ ਸਰੀਰ ਤੋਂ। ਗੌੜੀ ਮਹਲਾ ਪੰਜਵਾਂ, ਵਿਖੇ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੈ ਰਾਮ ਨਾਮ ਚਿਤਾਰੀ। ਵਾਹਿਗੁਰੂ ਤੁਹਾਨੂੰ ਤੁਸੀਂ ਸੱਚੇ ਪਾਤਸ਼ਾਹ ਜੀ ਕਿਹੜੇ ਕਿਹੜੇ ਰੂਪ ਦੇ ਵਿੱਚ ਗਿਆਨ ਦੇਣ ਡਏ ਹੋ। ਵਿਖੇ ਰਾਜ ਤੇ ਅੰਧਲਾ ਭਾਰੀ, ਕਹਿੰਦੇ ਜਿਹੜਾ ਵਿਸ਼ਈ ਰਾਜਾ ਹੋਵੇ, ਜਿਹੜਾ ਕੁਕਰਮੀ ਰਾਜਾ ਹੋਵੇ, ਉਹਦੇ ਨਾਲੋਂ ਤਾਂ ਅੰਨਾ ਹੋਣਾ ਸੰਸਾਰ ਦੇ ਉੱਤੇ ਚੰਗਾ। ਕਹਿ ਲਓ ਕੋਈ ਹੋਰ ਤੁਹਾਨੂੰ ਇੱਥੇ ਸੰਸਾਰ ਤੇ ਗੁਰੂ ਨਾਨਕ ਨਿਰੰਕਾਰ ਤੋਂ ਇਲਾਵਾ ਦੇ ਦੂ ਇਹਦਾ ਗਿਆਨ, ਕੋਈ ਨਹੀਂ ਦੇ ਸਕਦਾ। ਇਹ ਗੁਰੂ ਦੇ ਵਿੱਚ ਸਮਰੱਥ ਸੱਚੇ ਗੁਰੂ ਦੇ ਵਿੱਚ ਹੀ ਹਿੰਮਤ ਹੈ ਕਿ ਇਹ ਐਨ ਗੱਲ ਨੂੰ ਸਪਸ਼ਟ ਸੱਚ ਕਰਕੇ ਐਨ ਸੰਸਾਰ ਦੇ ਮੂਹਰੇ ਰੱਖ ਦਿੰਦੇ ਨੇ। ਕਹਿੰਦੇ ਜਿਹੜੇ ਵਿਖਿਆਂ ਦੇ ਵਿੱਚ ਫਸਿਆ ਹੋਇਆ ਰਾਜਾ ਹੈ, ਪਾਪਾਂ ਦੇ ਵਿੱਚ ਫਸਿਆ ਹੋਇਆ ਜਿਹੜਾ ਰਾਜਾ ਹੈ, ਉਹਦੇ ਨਾਲੋਂ ਭਾਈ ਨੇਤਰਹੀਣ ਅੰਨਾ ਹੋਣਾ ਚੰਗਾ ਹੈ। ਦੁੱਖ ਲਾਗੇ ਰਾਮ ਨਾਮ ਚਿਤਾਰੀ, ਕਹਿੰਦੇ ਉਹ ਅੰਨੇ ਨੂੰ, ਨੇਤਰਹੀਣ ਨੂੰ ਜਦੋਂ ਕਿਸੇ ਤਰ੍ਹਾਂ ਦਾ ਦੁੱਖ ਲੱਗਦਾ, ਘੱਟੋ ਘੱਟ ਉਹ ਪ੍ਰਮਾਤਮਾ ਨੂੰ ਦੇ ਮੋਰੇ ਅਰਦਾਸਾਂ ਬੇਨਤੀਆਂ ਤਾਂ ਕਰਦਾ, ਯਾਦ ਤਾਂ ਕਰਦਾ ਪ੍ਰਮਾਤਮਾ ਨੂੰ। ਤੇਰੇ ਦਾਸ ਕੋ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ। ਨਿਰੰਕਾਰ ਜੀ ਆਪ ਹੀ ਉਹ ਆਪਣੇ ਜੀਵ ਨੂੰ ਦਾਸ ਬਣਾ ਕੇ ਉਹਨੂੰ ਵਡਿਆਈਆਂ ਦੇ ਦਿੰਦੇ ਹੋ, ਪਰ ਜਿਹੜੇ ਮਾਇਆ ਦੇ ਵਿੱਚ ਮਗਨ ਹੋਏ ਫਿਰਦੇ ਨੇ, ਮਾਇਆ ਦੇ ਵਿੱਚ ਮੋਏ ਹੋਏ ਨੇ, ਮਾਇਆ ਦੇ ਵਿੱਚ ਮਸਤ ਹੋਏ ਨੇ, ਜਾਣੀ ਕਿ ਮਦ ਸ਼ਰਾਬ ਵਾਂਗੂ ਉਹਨਾਂ ਨੂੰ ਹਰ ਵੇਲੇ ਮਸਤੀ ਚੜੀ ਰਹਿੰਦੀ। ਤੇ ਇਹ ਜਿਹੜੀ ਮਾਇਆ ਨਾ, ਇਹ ਵੀ ਫਿਰ ਆਪਣਾ ਖੇਡ ਦਿਖਾਉਂਦੀ, ਕਹਿੰਦੇ ਖੇਡ ਦਿਖਾਉਂਦੀ ਕਿ ਉਹਨੂੰ ਨਰਕਾਂ ਦੇ ਵਿੱਚ ਲੈ ਕੇ ਚਲੇ ਜਾਂਦੀ ਹੈ। ਰਹਾਉ ਰੋਗ ਗਿਰਸਤ ਚਿਤਾਰੇ ਨਾਉ, ਬਿਖ ਮਾਤੇ ਕਾ ਠੌਰ ਨ ਠਾਉ। ਕਹਿੰਦੇ ਰੋਗਾਂ ਦੇ ਵਿੱਚ ਫਸਿਆ ਹੋਇਆ, ਗ੍ਰਸਿਆ ਹੋਇਆ ਜਿਹੜਾ ਜੀਵ ਹੈ, ਚਾਹੇ ਉਹਨੂੰ ਐਡਾ ਵੱਡਾ ਰੋਗ, ਐਡੀ ਵੱਡੀ ਸਜ਼ਾ ਵੀ ਉਹਨੂੰ ਮਿਲੀ ਹੋਵੇ ਵੀ ਉਹਨੂੰ ਸੂਲੀ ਤੇ ਟੰਗਣਾ, ਤਾਂ ਕਹਿੰਦੇ ਬਿਖ ਮਾਤੇ, ਕਿਤੇ ਥੋੜੇ ਸਮੇਂ ਵਾਸਤੇ ਉਹ ਪ੍ਰਮਾਤਮਾ ਦੀ ਬੰਦਗੀ ਕਰ ਲਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਾਰੇ ਰੋਗਾਂ ਨੂੰ ਖਤਮ ਕਰ ਦਿੰਦੇ ਨੇ। ਇੱਥੇ ਕਿ
ਸੂਲੀ ਦੀ ਸੂਲ ਬਣਾ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਇਹ ਸਮਰੱਥ ਗੁਰੂ ਦੇ ਵਿੱਚ ਸਾਰੀਆਂ ਤਾਕਤਾਂ ਹਨ। ਚਰਨ ਕਮਲ ਸਿਉ ਲਾਗੀ ਪ੍ਰੀਤ, ਆਨ ਸੁਖਾ ਨਹੀਂ ਆਵੇ ਚੀਤ। ਹੁਣ ਭਾਵੇਂ ਦੂਸਰੇ ਪਾਸੇ ਨੂੰ ਇਹਦੇ ਅਰਥ ਹੋਰ ਇੱਕ ਵਾਰ ਕਰਕੇ ਫਿਰ ਨਾਲ ਦੇ ਬਚਨ ਨੂੰ ਸਾਂਝਾ ਕਰਦੇ ਆ। ਕਹਿੰਦੇ ਪਰ ਜਿਹੜੇ ਲੋਕ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ ਨਾ, ਰੋਗ ਗ੍ਰਸਤ ਚਿਤਾਰੇ ਨਾਉ। ਇਹ ਤਾਂ ਪਹਿਲਾਂ ਆਪਾਂ ਕਹਿੰਦਾ ਵੀ ਰੋਗ ਦੇ ਵਿੱਚ ਗ੍ਰਸੇ ਹੋਏ ਜਿਹੜੇ ਨਾਮ ਨੂੰ ਨਾਮ ਨੂੰ ਯਾਦ ਕਰ ਲੈਂਦੇ ਨੇ, ਪ੍ਰਮਾਤਮਾ ਨੂੰ ਯਾਦ ਕਰ ਲੈਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸੂਲੀ ਦੀ ਸੂਲ ਬਣਾ ਦਿੰਦੇ ਨੇ। ਪਰ ਕਹਿੰਦੇ ਜਿਹੜੇ ਰੋਗ ਵਿਕਾਰਾਂ ਦੇ ਵਿੱਚ ਮਸਤ ਹੋਏ ਹੁੰਦੇ ਨੇ, ਉਹਨਾਂ ਨੂੰ ਨਾ ਇਦੋਂ ਸੰਸਾਰ ਤੇ ਕੋਈ ਜਗ੍ਹਾ ਪ੍ਰਾਪਤ ਹੁੰਦੀ ਆ, ਉਹਨਾਂ ਦਾ ਠਾਓ ਨਾ ਠਾਓ, ਤੇ ਨਾ ਹੀ ਪ੍ਰਲੋਕ ਦੇ ਵਿੱਚ ਉਹਨਾਂ ਨੂੰ ਕੋਈ ਜਗ੍ਹਾ ਬਖਸ਼ਿਸ਼ ਹੁੰਦੀ ਹੈ, ਪ੍ਰਾਪਤ ਹੁੰਦੀ ਹੈ। ਚਰਨ ਕਮਲ ਸਿਓ ਲਾਗੀ ਪ੍ਰੀਤ, ਜਿਨ੍ਹਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਲੱਗੀ, ਆਪਣੇ ਆਪ ਨੂੰ ਉਹਨਾਂ ਨੇ ਜਨ ਬਣਾ ਦਿੱਤਾ। ਕਹਿੰਦੇ ਆਨ ਸਖਾ ਨਹੀਂ ਆਵੇ ਜੀਤ। ਕਹਿੰਦੇ ਉਹਨਾਂ ਨੂੰ ਹੋਰ ਕੋਈ ਵੀ ਸੁੱਖ ਖਿਆਲ ਦੇ ਵਿੱਚ ਵੀ ਨਹੀਂ ਉਹਨਾਂ ਦੇ ਆਉਂਦਾ, ਮਨ ਦੇ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਜਿਹੜਾ ਸੁੱਖ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ। ਫੇਰ ਕਹਿੰਦੇ ਵੀ ਉਹ ਸੁੱਖ ਪ੍ਰਾਪਤ ਹੁੰਦਾ ਜਿਹੜਾ ਨਾਮ ਜਪ ਕੇ ਆਨੰਦ ਪ੍ਰਾਪਤ ਹੁੰਦਾ, ਫਿਰ ਉਹਨਾਂ ਨੂੰ ਹੋਰ ਕੋਈ ਸੁੱਖ ਚੇਤੇ ਨਹੀਂ ਆਉਂਦਾ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰਿ ਅੰਤਰ ਜਾਮੀ। ਵਾਹਿਗੁਰੂ ਜੀ ਕਹਿੰਦੇ ਨੇ ਸਦਾ ਸਦਾ ਸਿਮਰੋ ਭਾਈ, ਰੋਜ਼ ਰੋਜ਼ ਉਸ ਪ੍ਰਮਾਤਮਾ ਦੀ ਵਡਿਆਈ ਕਰੋ। ਮਿਲ ਨਾਨਕ ਹਰਿ ਅੰਤਰ ਜਾਮੀ, ਵਡਿਆਈ ਕਰਦਿਆਂ ਕਰਦਿਆਂ ਨੂੰ ਤੁਹਾਨੂੰ ਪ੍ਰੀਤਮ ਵਾਹਿਗੁਰੂ ਆਣ ਕੇ ਮਿਲ ਜਾਵੇਗਾ। ਗੌੜੀ ਮਹਲਾ ਪੰਜਵਾਂ, ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲੈ ਨਿਵਾਰੇ। ਹੁਣ ਕਹਿੰਦੇ ਨੇ ਵੀ ਕੋਈ ਏਡਾ ਵੱਡਾ ਕੁਕਰਮੀ ਹੋਵੇ, ਪਾਪੀ ਹੋਵੇ, ਜਿਹੜਾ 8 ਹੀ ਪਹਿਰ ਬਸ ਡਾਕੂਆਂ ਵਾਲੇ ਕੰਮ ਕਰੇ, ਮਾੜੇ ਹੀ ਕੰਮ ਕਰੇ, ਉਹ ਵੀ ਕਿਤੇ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਵੀ ਕਿਰਪਾ ਕਰ ਦਿੰਦੇ ਨੇ। ਉਸ ਨੂੰ ਵੀ ਇਹਨਾਂ ਦੇ ਹਰ ਦੁੱਖ ਦੇ ਕੋਲੋਂ, ਹਰ ਕਾਮ ਵਾਸ਼ਨਾਵਾਂ ਦੇ ਕੋਲੋਂ ਉਹਨੂੰ ਨਿਵਰਤ ਕਰ ਦਿੰਦੇ ਹਨ। ਐਸਾ ਹਰ ਰਸ ਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਭ ਸੋਏ। ਇਸ ਤਰ੍ਹਾਂ ਦਾ ਬਲਵਾਨ ਵਾਹਿਗੁਰੂ ਨਿਰੰਕਾਰ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਭਾਈ, ਔਰ ਸਰਬ ਕਲਾ ਪੂਰਨ ਪ੍ਰਭ ਸੋਏ। ਸਾਰੀਆਂ ਕਲਾ ਦੇ ਵਿੱਚ 14 ਕਲਾ ਰਾਮ ਦੇ ਕੋਲ ਤੇ 16 ਕਲਾ ਕ੍ਰਿਸ਼ਨ ਜੀ ਦੇ ਕੋਲ, ਪਰ ਅਨੇਕ ਕਲਾ ਲੈ ਠਾਕਰ ਚੜਿਆ। ਨਿਰੰਕਾਰ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਤਾਂ ਅਨੇਕ ਕਲਾ, ਕਲਾ ਕਹਿੰਦੇ ਨੇ ਸ਼ਕਤੀ ਨੂੰ, ਅਨੇਕਾਂ ਸ਼ਕਤੀਆਂ ਦੇ ਮਾਲਕ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਕਹਿੰਦੇ ਜਿਹੜੇ ਉਹ ਨੇ ਉਹ ਸਾਰੀਆਂ ਕਲਾ ਦੇ ਵਿੱਚ ਮਿਹਰਬਾਨ ਦਿਆਲੂ ਕਿਰਪਾਲੂ ਵਾਹਿਗੁਰੂ ਪ੍ਰਮਾਤਮਾ ਨਿਰੰਕਾਰ ਜੀ ਪੂਰਨ ਹਨ। ਰਹਾਉ ਮਹਾ ਤਪਤ ਸਾਗਰ ਸੰਸਾਰ, ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ। ਇੱਥੇ ਆਪਾਂ ਜ਼ਰੂਰ 2 ਮਿੰਟ ਲਾ ਲਈਏ ਵੀ ਇਹ ਸੰਸਾਰ ਨੂੰ ਮਹਾਰਾਜ ਨੇ ਵਾਰ-ਵਾਰ ਕਿਉਂ ਇੰਨਾ ਮਾੜਾ ਬਣਾ ਦਿੱਤਾ। ਕਾਰਨ ਇਹ ਵੀ ਇਹ ਜਿਹੜਾ ਸੰਸਾਰ ਸੀ, ਪਹਿਲਾਂ ਵੀ ਮੈਨੂੰ ਚੇਤਾ ਵੀ ਸ਼ਾਇਦ ਹੋ ਸਕਦਾ ਪਿੱਛੇ ਕੁਝ ਅਧਿਆਇਆਂ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਆਪਾਂ ਗੱਲ ਥੋੜੀ ਜਿਹੀ ਖੋਲੀ ਸੀ ਕਿ ਜਦੋਂ ਸਤਿਗੁਰਾਂ ਨੇ ਇਹ ਸੰਸਾਰ ਬਣਾਇਆ ਤਾਂ ਇਸ ਨੂੰ ਇੱਕ ਬਗੀਚਾ ਬਣਾਇਆ ਬਹੁਤ ਸੋਹਣੇ ਕਮਲ ਦੇ ਫੁੱਲਾਂ ਦਾ, ਤੇ ਲੋਕ ਬੜੇ ਪਵਿੱਤਰ ਇਹਦੇ ਵਿੱਚ ਰਹਿ ਰਹੇ ਸਨ। ਫਿਰ ਸਤਿਗੁਰਾਂ ਨੇ ਗਾਹਾਂ ਖੇਡ ਵਰਤਾਉਣੀ, ਸਤਿਗੁਰਾਂ ਨੇ ਆਪਣੀ ਦਾਸੀ ਮਾਇਆ ਬਣਾ ਦਿੱਤੀ। ਬਸ ਉਹ ਮਾਇਆ ਨੇ ਐਸਾ ਜੀਵ ਨੂੰ ਜਿੱਤਿਆ, ਉਹ ਨਰਕਾਂ ਦਾ ਭਾਗੀ ਉਹਨੂੰ ਬਣਾ ਦਿੱਤਾ। ਹੁਣ ਇੱਥੇ ਸੰਸਾਰ ਦੇ ਉੱਤੇ ਕੀ ਹੋ ਰਿਹਾ, ਸੰਸਾਰ ਦੇ ਉੱਤੇ ਜਿਹੜੇ ਸਤਿਗੁਰ ਦੇ ਪ੍ਰੇਮੀ ਨੇ ਉਹ ਬਹੁਤ ਘੱਟ ਹੋ ਗਏ। ਐਸਾ ਮਾਇਆ ਨੇ ਖੇਡ ਵਰਤਾਤਾ, ਕਾਲ ਨੇ ਐਸਾ ਜਾਲ ਪਾ ਲਿਆ। ਜਿਹੜੇ ਸਤਿਗੁਰ ਦੇ ਪ੍ਰੇਮੀ ਨੇ ਤਾਂ ਹੀ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਵੀ ਬਹੁਤ ਘੱਟ ਨੇ, ਉਹ ਵਿਰਲਾ ਹੈ ਸੰਸਾਰ ਤੇ ਜਿਹੜਾ ਸੱਚਮੁੱਚ ਹੀ ਮੈਂ ਮੇਰੀ ਨੂੰ ਤਿਆਗ ਕੇ ਨਿਰੰਕਾਰ ਦੀ ਬੰਦਗੀ ਦੇ ਵਿੱਚ ਲੱਗਾ ਹੋਊਗਾ। ਨਹੀਂ ਤਾਂ ਕਹਿੰਦੇ ਸਾਰੇ ਇਹ ਬੰਦਗੀ ਵੀ ਕਰਦੇ ਨੇ, ਆਪਣੇ ਸਵਾਰਥਾਂ ਲਈ ਬੰਦਗੀ ਕਰਦੇ ਨੇ, ਕੋਈ ਨਾ ਕੋਈ ਦਾਤ ਮੰਗਦੇ ਰਹਿੰਦੇ ਨੇ। ਤੇ ਸੰਸਾਰ ਦੇ ਉੱਤੇ ਮਾਇਆ ਨੇ ਇਸ ਤਰ੍ਹਾਂ ਦੀਆਂ ਖੇਡਾਂ ਵਰਤਾ ਦਿੱਤੀਆਂ, ਤਮਾਸ਼ੇ ਕਰਨੇ ਸ਼ੁਰੂ ਹੋ ਗਏ ਕਿ ਮਾਇਆ ਨੇ ਬੇਅੰਤ ਰੂਪ ਆਪਣੇ ਬਣਾ ਲਏ। ਉਹ ਬੇਅੰਤ ਰੂਪਾਂ ਦੇ ਵਿੱਚ ਜੀਵ ਨੂੰ ਰੋਜ਼ ਹੀ ਉਹ ਭਰਮਾ ਲੈਂਦੀ, ਰੋਜ਼ ਹੀ ਭਰਮਾ ਲੈਂਦੀ ਆ। ਕੋਈ ਚੰਗੀ ਕਾਰਜ ਭਰਮਾਇਆ ਜਾਂਦਾ, ਕੋਈ ਧੀਆਂ ਪੁੱਤਾਂ ਦੇ ਵਿੱਚ ਭਰਮਾਇਆ ਜਾਂਦਾ, ਕੋਈ ਸੋਹਣੇ ਘਰ ਦੇ ਵਿੱਚ ਭਰਮਾਇਆ ਜਾਂਦਾ, ਕੋਈ ਆਪਣੀ ਸ਼ੋਭਾ ਦੇ ਵਿੱਚ ਭਰਮਾਇਆ ਜਾਂਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹਦੇ ਨਾਲ ਜਿਹੜਾ ਉਹਦੇ ਮਨ ਨੂੰ ਜਿਹੜਾ ਹੈ ਉਹ ਹੰਕਾਰ ਵੱਧਦਾ, ਜਿਹਦੇ ਨਾਲ
ਉਹਦੇ ਅੰਦਰ ਕ੍ਰੋਧ ਵੱਧਦਾ, ਜਿਹਦੇ ਅੰਦਰ ਹਉਮੈ ਵੱਧਦੀ ਆ, ਜਿਹਦੇ ਨਾਲ ਕਾਮ ਵਾਸ਼ਨਾਵਾਂ ਬਹੁਤ ਵੱਧਦੀਆਂ ਨੇ। ਇਹ ਮਾਇਆ ਇਦਾਂ ਦੇ ਖੇਡ ਕਰੀ ਜਾਂਦੀ ਸੰਸਾਰ ਤੇ, ਜਿੰਨਾ ਚਿਰ ਆਪਾਂ ਇਹ ਅੱਖਾਂ ਦੇ ਨਾਲ ਦੇਖ ਰਹੇ ਹਾਂ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਵਿਕਾਰੀ ਕਹਿ ਦਿੱਤਾ। ਹੁਣ ਕਹਿੰਦੇ ਵੀ ਦੇਖੋ, ਜਿਹੜਾ ਇਹ ਪਾਪਾਂ ਦਾ ਭਰਿਆ ਹੋਇਆ ਹੈ ਤੇ ਸਭ ਤੋਂ ਜ਼ਿਆਦਾ ਪਾਪਾਂ ਦੇ ਕੰਮ ਹੋ ਰਹੇ ਨੇ। ਇੱਥੇ ਮਾਇਆ ਨੇ ਐਸੀਆਂ ਖੇਡਾਂ ਕੀਤੀਆਂ, ਬੰਦਾ ਮੱਲੋ ਮੱਲੀ ਹੀ ਪਾਪੀ ਵੱਲ ਨੂੰ ਤੁਰਿਆ ਜਾਂਦਾ। ਭਾਈ ਜੋਗਾ ਸਿੰਘ ਹੁਣੀ ਜਿਸ ਵੇਲੇ ਤੀਜੀ ਲਾਮ ਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਕਹਿਤਾ ਵੀ ਹੁਣੀ ਛੱਡ ਕੇ ਆ ਜਾ, ਆਪਣੇ ਅੰਦਰ ਉਹ ਇਹ ਲਾਮ ਨੂੰ ਛੱਡ ਕੇ ਤੁਰ ਗਿਆ। ਜਦੋਂ ਤੁਰ ਗਿਆ ਤੇ ਰਾਹ ਦੇ ਵਿੱਚ ਜਾਂਦਾ ਜਾਂਦਾ ਮਨ ਦੇ ਵਿੱਚ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਤਾਂ ਸਿੱਖ ਹੀ ਕੋਈ ਨਹੀਂ। ਹੁਸ਼ਿਆਰਪੁਰ ਇਹ ਗੁਰਦੁਆਰਾ ਹੈ ਭਾਈ, ਇੱਥੇ ਵੀ ਸਾਨੂੰ ਜਾਣ ਦਾ ਮੌਕਾ ਨਿਰੰਕਾਰ ਨੇ ਦਿੱਤਾ ਸੀ, ਜਾ ਕੇ ਸਾਰਾ ਉਹਨੂੰ ਦੇਖਿਆ। ਇਹ ਫਿਰ ਆਪਣੇ ਅੰਦਰ ਐਡਾ ਹੰਕਾਰ ਹੋ ਗਿਆ ਦੇ ਕਿ ਮੇਰੇ ਵਰਗਾ ਤਾਂ ਸਿੱਖ ਹੀ ਕੋਈ ਨਹੀਂ, ਅੱਜ ਤੱਕ ਕਿਸੇ ਨੇ ਨਹੀਂ ਵੀ ਜਿਹੜਾ ਤੀਜੀ ਲਾਮ ਤੋਂ ਬਾਅਦ ਚੌਥੀ ਲਾਮ ਹੀ ਨਾ ਲਈ ਹੋਵੇ। ਨਿਰੰਕਾਰ ਦੇ ਹੁਕਮ ਨੂੰ ਇੰਨਾ ਪਾਲਣ ਵਾਲਾ ਚੜ ਗਿਆ ਬੇਸ ਵਾਲੇ ਦੁਆਰੇ ਤੇ ਖੜ ਗਿਆ ਨਿਰੰਕਾਰ ਜੀ ਆਣ ਕੇ ਉੱਥੇ, ਤਾਂ ਇਹਨੂੰ ਕੁਕਰਮੀ ਨੂੰ ਕੁਕਰਮ ਕਰਨ ਤੋਂ ਬਚਾ ਲਿਆ ਤੇ ਸਮਝਾਇਆ। ਫਿਰ ਬਾਅਦ ਦੇ ਵਿੱਚ ਉਹਦੀ ਸਾਰੀ ਸਾਖੀ ਸੁਣੀ ਹੋਈ ਆ। ਇਹ ਹੰਕਾਰ ਜਿਹੜਾ ਹੈ ਸੰਸਾਰ ਦੇ ਵਿੱਚ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਹੋ ਜਾਂਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ। ਤੇ ਸਤਿਗੁਰ ਹਰ ਜੀ ਹੰਕਾਰ ਨਾ ਪਾਵੇ, ਸਤਿਗੁਰ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਤੇ ਇਸ ਕਰਕੇ ਸੰਸਾਰ ਨੂੰ ਜਿਹੜਾ ਸਤਿਗੁਰਾਂ ਨੇ ਇੱਕ ਰੂਪ ਦੇ ਦਿੱਤਾ। ਕਹਿੰਦੇ ਇਹ ਵਿਸ ਦਾ ਜ਼ਹਿਰ ਦਾ ਭਰਿਆ ਹੋਇਆ ਸੰਸਾਰ ਹੈ, ਇਹ ਅੱਗ ਦਾ ਭਰਿਆ ਹੋਇਆ ਸੰਸਾਰ ਹੈ। ਕਿ ਇੱਥੇ ਇੱਕ ਦੂਜੇ ਦੇ ਨਾਲ ਵੈਰ ਬਹੁਤ ਵਧਦੇ ਜਾ ਰਹੇ ਨੇ। ਦੇਖੋ ਮਾਰ ਕੇ ਸੰਸਾਰ ਦੇ ਉੱਤੇ ਨਿਗਾਹ, ਧਰਮ ਦੇ ਨਾਮ ਦੇ ਉੱਤੇ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਇਸ ਵੇਲੇ ਲੜਾਈਆਂ ਲੱਗੀਆਂ ਹੋਈਆਂ ਨੇ, ਕਿਹੜੇ ਕਿਹੜੇ ਧਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੇਲੇ। ਜਦ ਨਿਗਾਹ ਮਾਰ ਕੇ ਦੇਖੋ, ਜਦੋਂ ਤੁਸੀਂ ਇਹ ਸਭ ਕੁਝ ਦੇਖੋਗੇ, ਅਨੁਭਵ ਕਰੋਗੇ, ਸਾਰੇ ਮਾਇਆ ਦੇ ਰੂਪ ਨੇ। ਤੇ ਜੋ ਕੁਝ ਹੋ ਰਿਹਾ ਫਿਰ ਇਹ ਵਿਕਾਰਾਂ ਦਾ ਹੀ ਭਰਿਆ ਹੋ ਗਿਆ ਰਹਿ ਗਿਆ। ਤਾਂ ਇੱਥੇ ਜਿਹੜਾ ਧਰਮੀ ਹੈ, ਜਿਹੜਾ ਅੱਜ ਕੱਲ੍ਹ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜਿਆ ਵੀ ਹੋਊਗਾ, ਉਸ ਨੂੰ ਵੀ ਅਸੀਂ ਮਾੜਾ ਸਾਬਤ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਹੀਲੇ ਵਸੀਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਭਈ ਕੋਈ ਸਾਨੂੰ ਇਹਦੀ ਮਾੜੀ ਗੱਲ ਲੱਭੇ, ਅਸੀਂ ਨਸ਼ਰ ਕਰ ਦਈਏ, ਉਸ ਗੱਲ ਨੂੰ ਨਸ਼ਰ ਕਰ ਦਈਏ। ਜੇ ਕੋਈ ਸੱਚ ਬੋਲਣ ਦੀ ਵੀ ਕੋਸ਼ਿਸ਼ ਕਰ ਰਿਹਾ, ਅਸੀਂ ਉਹਦਾ ਵੀ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਇੱਕ ਬਹੁਤ ਭਿਆਨਕ ਰੂਪ ਦੇ ਵਿੱਚ ਦੱਸ ਦਿੱਤਾ। ਕਿਰਪਾ ਕਰੋ ਇੱਕ ਵਾਰੀ ਫੇਰ। ਮਹਾ ਤਪਤ ਸਾਗਰ ਸੰਸਾਰ, ਪ੍ਰਭ ਖਿਨ ਮੈਂ ਪਾਰ ਉਤਾਰਨ ਹਾਰ। ਸੋ ਇਸ ਕਰਕੇ ਸਤਿਗੁਰ ਕਹਿੰਦੇ ਨੇ ਮਹਾ ਤਪਤ, ਇਹ ਬੜਾ ਵੱਡਾ ਕੜਾਹਾ ਹੈ ਜਿਹੜਾ ਤਪ ਰਿਹਾ ਪਾਪਾਂ ਦਾ। ਤੇ ਨਿਰੰਕਾਰ ਆਪਣੇ ਪਿਆਰੇ ਨੂੰ ਖਿਨਵੇਂ ਚੁਟਕੀ ਮਾਰਨ ਦੀ ਜ਼ਰੂਰਤ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੂੰ ਪਾਰ ਉਤਾਰ ਦਿੰਦੇ ਨੇ। ਅਨੇਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਕਤ ਫਲ ਪਾਹੇ। ਭਾਵੇਂ ਜਿੰਨੇ ਮਰਜੀ ਹੋਰ ਕਰਮ ਕਰਕੇ ਦੇਖ ਲਓ, ਇਹ ਮਾਇਆ ਦੇ ਬੰਧਨ ਨਹੀਂ ਤੋੜੇ ਜਾਂਦੇ, ਵਿਕਾਰਾਂ ਦੇ ਬੰਧਨ ਨਹੀਂ ਤੋੜੇ ਜਾਂਦੇ, ਉਹ ਕਾਮ ਵਾਸ਼ਨਾ ਦੇ ਬੰਧਨ ਨਹੀਂ ਤੋੜੇ ਜਾਂਦੇ। ਭਾਵੇਂ ਜਿੰਨੇ ਮਰਜੀ ਯਤਨ ਕਰਕੇ ਦੇਖ ਲਓ, ਪਰ ਜਿਸ ਵੇਲੇ ਅਸੀਂ ਸਿਮਰਨ ਦੇ ਨਾਲ ਜੁੜ ਗਏ, ਸਹੀ ਸਰੂਪ ਦੇ ਵਿੱਚ ਜੁੜ ਗਏ, ਸਹੀ ਸਰੂਪ ਦੇ ਵਿੱਚ ਅਸੀਂ ਸਤਿਗੁਰ ਦੇ ਦਾਸ ਬਣ ਗਏ। ਕਹਿੰਦੇ ਨਿਰੰਕਾਰ ਦੀ ਕਿਰਪਾ ਦੇ ਨਾਲ ਨਾਮ ਜਿਹੜਾ ਹੈ ਕਿੰਨਿਆਂ ਕੁ ਦਾ ਪ੍ਰਗਟ ਹੋ ਗਿਆ ਸੰਸਾਰ ਦੇ ਉੱਤੇ। ਪੁੱਛ ਕੇ ਦੇਖੋ ਦੂਸਰਿਆਂ ਨੂੰ, ਵੀ ਭਾਈ ਕੀ ਤੁਹਾਡੇ ਅੰਦਰ ਨਾਮ ਹਰ ਵੇਲੇ ਚੱਲ ਰਿਹਾ, ਸ਼ਬਦ ਹਰ ਵੇਲੇ ਚੱਲ ਰਿਹਾ? ਕੀ ਤੁਸੀਂ ਸੁਚੇਤ ਰਹਿੰਦੇ ਹੋ, ਸੁੱਤੇ ਉੱਠ ਜਾਗਦੇ ਵੀ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਧੰਨ ਧੰਨ ਆਖ ਰਹੇ ਹੋ? ਤਾਂ ਤੁਹਾਨੂੰ ਪਤਾ ਲੱਗ ਜਾਊ ਕਿ ਵਿਰਲੇ ਹੀ ਆ। ਪਰ ਜਿਨ੍ਹਾਂ ਦੇ ਹੋਊ ਤਾਂ ਦੱਸਣਗੇ ਨੇ ਤੁਹਾਨੂੰ, ਭਾਵੇਂ ਕੱਖ ਵੀ ਕਰ ਲਿਓ। ਕੀ ਲੈਣਾ ਉਹਨਾਂ ਨੇ ਸੰਸਾਰ ਤੋਂ? ਜਿਹੜਾ ਜ਼ਹਿਰ ਦਾ ਭਰਿਆ ਸੰਸਾਰ ਹੈ, ਜਿਹੜਾ ਅੱਗ ਦਾ ਭਰਿਆ ਸੰਸਾਰ, ਕੀ ਲੈਣਾ ਉਹਨਾਂ ਨੇ ਅੱਗ ਦੇ ਸੰਸਾਰ ਦੇ ਕੋਲੋਂ? ਐਵੇਂ ਆਪਣੇ ਆਪ ਦੇ ਹੱਥ ਪੈਰ ਛਾਣਨੇ ਆ, ਐਵੇਂ ਜ਼ਹਿਰ ਪੀ ਕੇ ਆਪਣੇ ਅੰਦਰ ਨੂੰ ਵਿਸ਼ ਅੰਦਰ ਨਿਗੋੜੀਆਂ। ਨਹੀਂ, ਉਹਨਾਂ ਨੂੰ ਕੱਖ ਨਹੀਂ ਚਾਹੀਦਾ ਭਾਈ। ਕਹਿੰਦੇ ਪਰ ਖਿਆਲ ਰੱਖ ਲਓ ਨਿਰੰਕਾਰ ਕਹਿੰਦੇ ਸਿਮਰਨ ਦੇ ਨਾਲ, ਨਾਮ ਦੀ ਬਰਕਤ ਦੇ ਨਾਲ ਮੁਕਤੀ ਦਾ ਫਲ ਤੂੰ ਇੱਥੋਂ ਪ੍ਰਾਪਤ ਕਰਕੇ ਜਾ ਸਕਦਾ। ਆਪਣੇ ਆਪ ਨੂੰ ਮੁਕਤ ਕਰਨ ਵਾਸਤੇ ਇਹ ਸਿਮਰਨ ਦੇ ਨਾਲ ਜੁੜ। ਉਕਤ ਸਿਆਨਪ ਇਸ ਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਕਹਿੰਦੇ ਤੇਰੀ ਜਿਹੜੀ ਤੇਰੀ ਸਿਆਣਪ ਹੈ, ਤੇਰੀ ਜਿਹੜੀ ਮਤ ਦੀਆਂ ਯੁਕਤੀਆਂ ਦਾ ਇਹਨਾਂ ਇਹ ਕਿਸੇ ਕੰਮ ਨਹੀਂ ਆਉਣ ਵਾਲੀਆਂ। ਇਸ ਤੇ ਕੁਛ ਨਾ ਹੈ, ਇਹਦੇ ਨਾਲ ਕੋਈ ਕੰਮ ਰਾਸ ਨਹੀਂ ਆਉਣਾ। ਕਹਿੰਦੇ ਕਰ ਕਿਰਪਾ ਨਾਨਕ ਗੁਣ ਗਾਏ। ਕਹਿੰਦਾ ਵੀ ਇਸ ਤਰ੍ਹਾਂ ਕਰ, ਆਪਣੀਆਂ ਸਿਆਣਪਾਂ ਸਾਰੀਆਂ ਛੱਡ ਕੇ ਨਾ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਣੇ ਸ਼ੁਰੂ ਕਰ ਦਿਓ। ਬੜੀ ਇੱਕ ਪੁਰਾਣੀ ਮੈਂ ਗੱਲ, ਕੱਲ ਹੀ ਮੇਰੇ ਕੋਲ ਡਾਕਟਰ ਸਾਹਿਬ ਨਹੀਂ ਬੈਠੇ ਸਨ ਮੇਰੇ ਇੱਥੇ, ਮੈਂ ਉਹਨਾਂ ਨਾਲ ਗੱਲ ਕਰਨ ਡਿਆ। ਮੈਂ ਕਿਹਾ ਡਾਕਟਰ ਸਾਹਿਬ ਨਿਰੰਕਾਰ ਦੀ ਕਿਰਪਾ ਹੋਣ ਲੱਗ ਪਈ ਵੀ ਜਿਹੜੀ ਆ ਕਰੋਨਾ ਤੋਂ ਬਾਅਦ ਸਾਡੀ ਜਿਹੜੀ ਮੈਮਰੀ ਦੇ ਉੱਤੇ ਜੜ ਕੇ
ਬਹੁਤ ਫਰਕ ਪੈ ਗਿਆ ਸੀ, ਉਹ ਹੁਣ ਵਾਪਸ ਆਣੇ ਸ਼ੁਰੂ ਹੋ ਗਏ। ਕਹਿੰਦੇ ਕਿੱਦਾਂ? ਮੈਂ ਕਿਹਾ ਬੈਠੇ ਬੈਠੇ ਨੂੰ ਇੱਕ ਗੱਲ ਯਾਦ ਆ ਗਈ। ਬੰਦਾ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ, ਆਪਣੀਆਂ ਵਡਿਆਈਆਂ ਕਰਾਉਣ ਵਾਸਤੇ ਕੀ ਕੀ ਹੀਲੇ ਵਸੀਲੇ ਕਰਦਾ, ਪਰ ਉਹ ਕਹਿੰਦਾ ਮੈਂ ਪਰਮਾਤਮਾ ਤੋਂ ਬਗੈਰ ਕਰਨਾ ਹੀ ਚਾਹੁੰਦਾ। ਤਾਂ ਪਰ ਫਿਰ ਵੀ ਕੋਈ ਨਾ ਕੋਈ ਉਹਨੂੰ ਜਿੰਨਾ ਚਿਰ ਗਿਆਨ ਨਹੀਂ ਦਿੰਦਾ ਨਾ ਉਹਨਾਂ ਚਿਰ ਉਹ ਭਾਵੇਂ ਨਹੀਂ ਕਰ ਸਕਦਾ। ਮੈਂ ਨਾ ਇੱਕ ਵਾਰ ਨਾਰਵੇ ਅੰਮ੍ਰਿਤ ਸੰਚਾਰ ਦੀ ਡਿਊਟੀ ਲੱਗੀ ਹੋਈ ਸੀ, ਬੜੀ ਪੁਰਾਣੀ ਗੱਲ ਹੈ, ਮੇਰਾ ਖਿਆਲ ਇਹ 94-95 ਦੀ ਗੱਲ ਹੈ। ਤੇ ਉੱਥੇ ਇੱਕ ਰਸਾਲਾ ਬੈਠਾ ਮੈਂ ਪੜ੍ਹ ਰਿਹਾ, ਮੇਰਾ ਉਹਨਾਂ ਦਾ ਨਾਮ ਵੀ ਭਾਈ ਅਮਰਜੀਤ ਸਿੰਘ ਸੀ, ਜਿਨ੍ਹਾਂ ਦੇ ਗ੍ਰਹਿ ਵਿਖੇ ਅਸੀਂ ਬੈਠੇ ਇਹ ਪੜ੍ਹ ਰਹੇ ਸਾਂ ਰਸਾਲਾ। ਪਰ ਰਹਿਣ ਬਸੇਰਾ ਸਾਡੇ ਹੋਰ ਕਿਸੇ ਘਰ ਦੇ ਵਿੱਚ ਹੋਇਆ ਕਰਦਾ ਹੁੰਦਾ ਸੀ। ਉੱਥੇ ਨਾਲ ਸਾਡੀ ਕੀਰਤਨ ਦੀ ਡਿਊਟੀ ਲੱਗੀ, ਸਿੰਘਣੀ ਸਾਡੀ ਨਾਲ ਹੀ ਸੀ, ਤੇ ਹੋਰ ਵੀ ਜਿਹੜੇ 5 ਪਿਆਰਿਆਂ ਨੇ ਸੇਵਾ ਦੇ ਵਿੱਚ ਲੱਗਣਾ ਸੀ ਉਹ ਵੀ ਸਾਨੂੰ ਉੱਥੇ। ਉਹ ਰਸਾਲੇ ਦੇ ਵਿੱਚ ਮੈਂ ਇੱਕ ਗੱਲ ਪੜ੍ਹ ਆਇਆ, ਕਹਿੰਦਾ ਵੀ ਇੱਕ ਜੀਵ ਬੜਾ ਆਪਣੇ ਆਪ ਨੂੰ ਬਹੁਤ ਦਿਮਾਗੀ ਘੁੰਮ ਰਿਹਾ ਸੀ, ਜਿਹਦਾ ਨਾਮ ਰੋਬਰਟ ਪਾਰਲੇ ਉਹਦੇ ਵਿੱਚ ਲਿਖਿਆ ਹੋਇਆ ਸੀ। ਉਹ ਆਖਣ ਲੱਗਾ ਵੀ ਭਾਈ ਮੈਂ ਸੰਸਾਰ ਦੇ ਉੱਤੇ ਮਸ਼ਹੂਰ ਹੋਣਾ, ਪਰ ਕਰਨਾ ਕੱਖ ਨਹੀਂ। ਮੈਂ ਮਸ਼ਹੂਰ ਹੋਣਾ, ਮੇਰੀ ਵਡਿਆਈ ਹੋਵੇ ਸਾਰੇ ਸੰਸਾਰ ਦੇ ਉੱਤੇ। ਤਾਂ ਉਹ ਕੀ ਹੋਇਆ ਨਾ, ਇੱਕ ਉਹ ਕਿਤੇ ਚਲੇ ਗਿਆ, ਇਹ ਜਿਹੜਾ ਪੁੱਛਾਂ ਦੇਣ ਵਾਲਾ ਹੁੰਦਾ, ਜਾਂ ਜਿਹਨੂੰ ਆਪਾਂ ਚਲੋ ਇਹ ਕਹਿ ਲਈਏ ਵੀ ਸਿਆਣਾ ਜੋਗੀ ਕਹਿ ਲਈਏ, ਕਿਸੇ ਰੂਪ ਦੇ ਵਿੱਚ ਕਹਿ ਲਈਏ, ਉਹਦੇ ਕੋਲ ਚਲੇ। ਉਹਦੇ ਵਿੱਚ ਵੈਸੇ ਜੋਗੀ ਲਿਖਿਆ ਸੀ ਉਹਨਾਂ ਨੇ, ਜਿਹੜਾ ਬਹੁਤ ਅਤਰ ਚਤਰ ਆਪਣੇ ਆਪ ਨੂੰ ਘੁੰਮਦਾ ਸੀ, ਉਹਦੇ ਕੋਲ ਚਲ ਗਿਆ। ਉਹਨੂੰ ਆਖਣ ਲੱਗਾ ਦੇਖ ਮੈਂ ਕਰਨਾ ਕੁਛ ਨਹੀਂ ਚਾਹੁੰਦਾ, ਪਰ ਮੈਂ ਸੰਸਾਰ ਦੇ ਉੱਤੇ ਨਾ ਬਹੁਤ ਮਸ਼ਹੂਰ ਹੋਣਾ ਚਾਹੁੰਦਾ, ਬਹੁਤ ਮਸ਼ਹੂਰ। ਤੇ ਉਹ ਆਖਣ ਲੱਗਿਆ ਵੀ ਤੂੰ ਏਦਾਂ ਕਰ, ਹਫ਼ਤੇ ਖੰਡ ਤੱਕ ਮੇਰੇ ਕੋਲ ਆਈ ਤਾਂ ਮੈਂ ਕੋਈ ਨਾ ਕੋਈ ਤੈਨੂੰ ਤੇਰੇ ਵਾਸਤੇ ਹੀਲਾ ਵਸੀਲਾ ਜ਼ਰੂਰ ਕਰ ਦੇਵਾਂਗਾ। ਉਹ ਆਖਣ ਲੱਗਾ ਠੀਕ ਹੈ। ਹਫ਼ਤੇ ਬਾਅਦ ਗਿਆ, ਆਖਣ ਲੱਗਾ ਤੂੰ ਏਦਾਂ ਕਰ, ਤੂੰ ਨਾ ਅਨਾਊਂਸਮੈਂਟ ਕਰ ਦੇ, ਲੋਕਾਂ ਦੇ ਵਿੱਚ ਗੱਲ ਕਰਨ ਫੈਲਾ ਦੇ ਕਿ ਮੈਂ ਨਿਊਯਾਰਕ ਤੋਂ ਲੈ ਕੇ ਲਾਸ ਐਂਜਲਿਸ, ਬੜੀ ਲੰਬੀ ਬਾਤ ਹੈ ਮੈਨੂੰ ਪਤਾ ਲੱਗਾ ਵੀ, ਤੇ ਕਹਿੰਦਾ ਵੀ ਮੈਂ ਇੱਥੇ ਨੂੰ ਪਿਛਲੇ ਪੈਰੀਂ ਤੁਰ ਕੇ ਜਾਵਾਂਗਾ, ਦੇਖਾਂਗਾ ਵੀ ਨਹੀਂ। ਕਹਿੰਦੇ ਇਹ ਗੱਲ ਨੂੰ ਨਸ਼ਰ ਕਰ ਦੇ, ਫੈਲਾ ਦੇ ਗੱਲ ਨੂੰ। ਤੇ ਉਹ ਆਖਣ ਲੱਗਾ, ਉਸ ਜੋਗੀ ਨੂੰ ਆਖਣ ਲੱਗਾ ਵੀ ਮੈਂ ਜਾਊਂਗਾ ਕਿੱਦਾਂ? ਕਹਿੰਦਾ ਦੇਖ ਗੱਲ ਸੁਣ, ਹੁਣ ਮੈਂ ਤੈਨੂੰ ਤਰੀਕਾ ਦੱਸ ਦੇਣਾ ਵੀ ਤੂੰ ਆਪਣੇ ਮੋਹਰੇ 2 ਸ਼ੀਸ਼ੇ ਬੰਨ ਲਈ। ਉਹ ਸ਼ੀਸ਼ੇ ਇਦੂ ਤਰੀਕੇ ਦੇ ਨਾਲ ਬੰਨੇ ਲੋਕਾਂ ਨੂੰ ਇਹ ਲੱਗਣ ਵੀ ਇਹ ਸ਼ੀਸ਼ੇ ਜਿਹੜੇ ਨੇ ਤੈਨੂੰ ਇਹ ਪ੍ਰੋਟੈਕਸ਼ਨ ਵਾਸਤੇ ਕਿਸੇ ਕਾਰਨ ਕਰਕੇ ਤਾਂ ਬੰਨੇ, ਪਰ ਤੈਨੂੰ ਸ਼ੀਸ਼ਿਆਂ ਦੇ ਵਿੱਚ ਦੱਸੇ ਵੀ ਪਿਛਲੇ ਪਾਸੇ ਕੀ ਆ, ਤੈਨੂੰ ਸਾਰਾ ਪਿਛਲਾ ਪਾਸਾ ਦੱਸੇ ਜਾਵੇ, ਤੂੰ ਤੁਰ ਕੇ ਪਿਛਲੇ ਕਦਮਾਂ ਦੇ ਨਾਲ ਤੁਰਨਾ। ਤੇ ਆਖਣ ਲੱਗਾ ਠੀਕ ਆ। ਤੇ ਕਹਿੰਦਾ ਹਫ਼ਤੇ ਡੇਢ ਹਫ਼ਤੇ ਤੱਕ ਤੇ ਕੋ ਅਖਬਾਰਾਂ ਵਾਲੇ ਆਣੇ ਸ਼ੁਰੂ ਹੋ ਜਾਣਗੇ ਭਈ ਤੂੰ ਜਾਣੀ ਕਿ ਇਹ ਕਿਸ ਤਰ੍ਹਾਂ ਕਰਨਾ, ਦੱਸੀ ਨਾ ਮੈਂ ਕਿਸ ਤਰ੍ਹਾਂ ਕਰਨਾ, ਪਰ ਇਹ ਕਹੀਂ ਬਈ ਬਾਈ ਮੈਂ ਕਰਨਾ ਹੀ ਕਰਨਾ। ਤੇ ਕਿਉਂਕਿ ਮੇਰੇ ਮਨ ਦਾ ਚਾਅ ਆ ਵੀ ਮੈਂ ਕੁਝ ਨਾ ਕੁਝ ਸੰਸਾਰ ਤੇ ਕਰਾਂ। ਤੇ ਕਹਿੰਦੇ ਵੀ ਇੱਥੇ ਤੱਕ ਵੀ ਟੈਲੀਵਿਜ਼ਨ ਵਾਲੇ ਤੇਰੇ ਕੋਲ ਆ ਜਾਣਗੇ। ਉਹੀ ਗੱਲ ਹੋਈ, ਜਦੋਂ ਇਹ ਗੱਲ ਫੈਲਦੀ ਅਖਬਾਰਾਂ ਵਾਲਿਆਂ ਦੇ ਕੋਲ, ਉਹ ਉਹਦੇ ਕੋਲ ਆਖਣ ਲੱਗੇ ਰੋਬਰਟ ਭਈ ਤੂੰ ਪਿਛਲ ਖੁਰੀ ਤੁਰ ਕੇ ਇੰਨੀ ਲੰਬੀ ਬਾੜ ਕਿਸ ਤਰ੍ਹਾਂ ਕਰੇਗਾ? ਉਹ ਕਹਿੰਦਾ ਮੇਰੇ ਵਿੱਚ ਸ਼ਕਤੀਆਂ, ਮੈਂ ਕਰ ਲੈਣੀਆਂ। ਇਦਾਂ ਹੀ ਫਿਰ ਟੈਲੀਵਿਜ਼ਨ ਤੇ ਗੱਲ ਚੱਲ ਗਈ ਤਾਂ ਲੋਕ ਇਸ ਚੀਜ਼ ਦਾ ਅਹਿਸਾਸ ਕਰਨਾ ਵੀ ਇਹ ਰੋਬਰਟ ਪਾਰਲੇ ਜਿਹੜਾ ਨਾ ਇੰਨੀ ਬਾੜ ਕਿੱਦਾਂ ਤੁਰੂਗਾ। ਪਰ ਜਦੋਂ ਸਮਝ ਲਓ ਵੀ ਅਖਬਾਰ ਦੇ ਵਿੱਚ ਨਿਕਲ ਗਈ, ਟੈਲੀਵਿਜ਼ਨ ਦੇ ਉੱਤੇ ਨਿਕਲ ਗਈ, ਬੰਦਾ ਮਸ਼ਹੂਰ ਹੋ ਗਿਆ। ਤੇ ਉਹ ਮਸ਼ਹੂਰ ਸੱਚਮੁੱਚ ਹੋ ਗਿਆ ਕਿ ਮੈਂ ਤੁਹਾਨੂੰ ਉਹਦੀ ਗੱਲ ਸੁਣਾ ਰਿਹਾ ਇਸ ਵੇਲੇ। ਜਦ ਮੈਂ ਤੁਹਾਨੂੰ ਉਹਦੀ ਗੱਲ ਸੁਣਾ ਰਿਹਾ, ਇਹਦਾ ਮਤਲਬ ਵੀ ਉਹ ਮਸ਼ਹੂਰ ਹੋ ਗਿਆ ਹੈ। ਇਦਾਂ ਦੇ ਲੋਕ ਚਤਰ ਚਤਰਾਈਆਂ ਵਾਲੇ ਇੱਥੇ ਹਨ, ਪਰ ਗੁਰੂ ਜੀ ਕਹਿੰਦੇ ਨੇ ਵੀ ਤੇਰੀਆਂ ਇਹ ਸਿਆਣਪਾਂ ਜਿਹੜੀਆਂ ਨਾ ਇੱਕ ਸਭ ਬੇਅਰਥ ਨੇ। ਗੁਰੂ ਘਰ ਦੇ ਵਿੱਚ ਸਾਰੀਆਂ ਫੇਲ ਨੇ, ਗੁਰੂ ਦੇ ਅੱਗੇ ਸਾਰੀਆਂ ਮਿੱਟੀ ਨੇ। ਔਰ ਇੱਥੇ ਤੱਕ ਵੀ ਇਸ ਤੇਰੀਆਂ ਸਿਆਣਪਾਂ ਕਿਤੇ ਨਾ ਕਿਤੇ ਤੈਨੂੰ ਧੋਖਾ ਦੇ ਕੇ ਨਰਕਾਂ ਵੱਲ ਨੂੰ ਵੀ ਲੈ ਜਾ ਸਕਦੀਆਂ ਹਨ। ਸੋ ਸਤਿਗੁਰ ਕਹਿੰਦੇ ਨੇ ਵੀ ਤੂੰ ਆਪਣੀਆਂ ਸਿਆਣਪਾਂ ਛੱਡੋ ਬੰਦਿਆ। ਇਹ ਨਾ ਕਹਿ ਵੀ ਮੈਂ ਆਹ ਕਰ ਸਕਦਾ, ਮੈਂ ਜੇ ਕਰ ਸਕਦਾ, ਕਹਿ ਮੇਰਾ ਗੁਰੂ ਆਹ ਕਰ ਸਕਦਾ ਨਾ, ਤੇ ਮੇਰਾ ਗੁਰੂ ਆਹ ਕਰ ਰਿਹਾ। ਮੇਰਾ ਗੁਰੂ ਐਡਾ ਸਮਰੱਥਾ ਹੈ ਕਿ ਮੇਰਾ ਗੁਰੂ ਤੇ ਧਰਤੀ ਸਮਾਨ ਨੂੰ ਇੱਕ ਕਰ ਸਕਦਾ। ਮੇਰਾ ਗੁਰੂ ਤਾਂ ਐਡਾ ਸਮਰੱਥ ਹੈ, ਰਾਜੇ ਨੂੰ ਭਿਖਾਰੀ ਬਣਾ ਦਿੰਦਾ ਤੇ ਭਿਖਾਰੇ ਨੂੰ ਰਾਜਾ ਬਣਾ ਦਿੰਦਾ। ਮੇਰਾ ਗੁਰੂ ਐਡਾ ਸਮਰੱਥ ਹੈ। ਇਸ ਕਰਕੇ ਲੋਕਾਂ ਨੂੰ ਇਹ ਗੱਲ ਕਹੋ ਵੀ ਸਾਨੂੰ, ਅਸੀਂ ਆਪਣੇ ਗੁਰੂ ਦੀ ਪਰਖ ਨਾ ਕਰੀਏ, ਅਸੀਂ ਗੁਰੂ ਦੇ ਜਨ ਬਣ ਜਾਈਏ। ਤੇ ਮਾਲਕ ਕਹਿੰਦੇ ਨੇ ਵੀ ਇਹ ਸਿਆਣਪਾਂ ਛੱਡ ਦੇ ਜੀਵ, ਕਰ ਕਿਰਪਾ ਨਾਨਕ ਗੁਣ ਗਾਹੋ। ਜਿੱਥੇ ਤੱਕ ਤੂੰ ਆਪਣੇ ਆਪ ਦੀਆਂ ਚਤਰਾਈਆਂ ਘਾੜੀਆਂ ਨੇ, ਜਿੱਥੇ ਤੱਕ ਤਾਂ ਇਹ ਵਿਕਾਰੀ ਗੱਲਾਂ ਘੜਦੀਆਂ ਨੇ, ਕਹਿੰਦੇ ਉਹ ਗੱਲਾਂ ਨੂੰ ਛੱਡ ਕੇ ਉਹ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕਰ ਲਾ। ਉਹ ਨਿਰੰਕਾਰ ਸੱਚੇ ਪਾਤਸ਼ਾਹ ਤੇਰਾ ਪਾਰ ਉਤਾਰਾ ਕਰ ਦੇਵਣਗੇ।
ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਤੇਰੇ ਤੇ ਦਇਆ ਕਰਨਗੇ, ਤੇਰਾ ਇੱਥੇ ਤੱਕ ਵੀ ਜਨਮ ਮਰਨ ਵੀ ਖਤਮ ਕਰ ਦੇਣਗੇ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰੇ, ਸਾਡੇ ਮਨ ਦੇ ਵਿੱਚ ਇਹ ਜਿਹੜੀ ਕਥਾ ਹੈ ਸਤਿਗੁਰ ਦੇ ਬਚਨ ਨੇ, ਇਹ ਘਰ ਕਰਨਾ ਸ਼ੁਰੂ ਕਰ ਦੇਵਣ, ਘਰ ਕਰਨਾ ਸ਼ੁਰੂ ਕਰ ਦੇਵਣ, ਇਹ ਉੱਥੇ ਟਿਕਣੇ ਸ਼ੁਰੂ ਹੋ ਜਾਵਣ। ਔਰ ਉਹਨਾਂ ਦੇ ਨਾਲ ਅਸੀਂ ਇਹ ਸੰਸਾਰ ਦੇ ਉੱਤੇ ਆਏ ਹੋਏ ਜੀਵ ਇਹ ਤੋਂ ਕੁਝ ਕਮਾਈ ਕਰਕੇ ਸਤਿਗੁਰ ਦੇ ਕੋਲ ਆਪਣਾ ਮੂੰਹ ਸਾਫ ਸੁਥਰਾ ਨਿਰਮਲ ਕਰਕੇ ਜਾਈਏ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਨਿਰੰਕਾਰ ਮਿਹਰ ਕਰੇ। ਫਿਰ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਦੀਆਂ ਅਸੀਸਾਂ ਲੈਣ ਵਾਸਤੇ ਹਾਜ਼ਰ ਹੋਵਾਂਗੇ। ਤਦ ਤੱਕ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।